ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪਿਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਅਦੁੱਤੀ ਗੁਰੂ ਨਾਨਕ ਦੇਵਾ ਓੰਕਾਰ ਗੁਰ ਅੰਗਦ ਅਭੇਵਾ। ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਬਾਰੇ। ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ। ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਈ ਸੈਭੰ ਗੁਰ ਦਸ਼ਮੇਸ਼ ਸਹਾਈ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ। ਗੁਰੂ ਗ੍ਰੰਥ ਕਲ ਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ। 10 ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ। ਪੂਰਨ ਦੇਖਿਓ ਆਤਮਾ ਦੁਐਤੈ ਸਰਬ ਨਿਵਾਰ। ਭਈ ਸ਼ਾਂਤ ਮਨ ਸੰਤ ਜਿਹੇ ਤਿਹ ਪਦ ਨਮੋਹ ਮਾਰ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੇ ਮਰਨ ਸਕੈ ਮਹਿਮਾ ਜੋ ਤਿਹਾਰੇ। ਹਮ ਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਖੋ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੋਹੇ ਮਹੱਲਾ ਤੀਜਾ। ਘਰ ਤੀਜਾ। ਭਗਤ ਜਨਾ ਕੇ ਹਰਿ ਜੀਉ ਰਾਖੈ। ਜੁਗ ਜੁਗ ਰਖਦਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਵੈ ਹੋਮੈ ਸ਼ਬਦ ਜਲਾਇਆ ਰਾਮ। ਹੋਮੈ ਸ਼ਬਦ ਜਲਾਇਆ ਮੇਰੇ ਹਰਿ ਭਾਇਆ। ਜਿਸ ਕੇ ਸਾਚੀ ਬਾਣੀ ਸੱਚੀ ਭਗਤ ਕਰੈ ਦਿਨ ਰਾਤੀ। ਗੁਰਮੁਖ ਆਖ ਵਖਾਣੀ ਭਗਤਾਂ ਕੀ ਚਾਲ ਸੱਚੀ। ਅਤ ਨਿਰਮਲ ਨਾਮ ਸੱਚਾ ਮਨ ਭਾਇਆ। ਨਾਨਕ ਭਗਤ ਸੋਹੈ ਦਰ ਸਾਚੈ। ਜਿਨ ਸੱਚੋ ਸੱਚ ਕਮਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ
ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਗਰੀਬ ਨਿਵਾਸ ਸਤਿਗੁਰੂ ਦੇ ਦਰ ਤੇ ਸ਼ਾਮਾਂ ਦੇ ਵਕਤ ਹਾਜ਼ਰੀ ਕਰਨ ਵਾਸਤੇ ਪਹੁੰਚੇ ਹੋ। ਗੁਰੂ ਨਾਨਕ ਦੇ ਪਾਵਨ ਦਰਬਾਰ ਵਿੱਚ ਕਥਾ ਕੀਰਤਨ ਸੁਖਦਾਈ ਦਾ ਪ੍ਰਵਾਹ ਚੱਲ ਰਿਹਾ ਹੈ। ਇਹ ਹੁਣ ਰਾਗੀ ਸਿੰਘ ਸਾਹਿਬਾਨਾਂ ਨੇ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ ਹੈ। ਲੜੀਵਾਰ ਕਥਾ ਦਾ ਸਮਾਂ ਹੈ। ਸਤਿਗੁਰਾਂ ਦੇ ਪਾਵਨ ਅੰਮ੍ਰਿਤ ਬਚਨ, ਇਹ ਜੋ 768 ਅੰਗ ਦੇ ਉੱਤੇ ਕਥਾ ਕੱਲ ਆ ਚੁੱਕੀ। ਕੁਝ ਸ਼ਬਦ ਇੱਧਰ ਸੀ, ਕੁਝ 67 ਤੇ ਸੀ। 767 ਤੋਂ ਸ਼ੁਰੂ ਹੋ ਕੇ 768 ਤੇ ਕੱਲ ਕਥਾ ਪਹੁੰਚ ਗਈ ਹੈ। ਅੱਜ ਵੀ ਇੱਥੋਂ ਆਰੰਭ ਹੋ ਰਹੀ ਹੈ। ਪਹਿਲਾ ਮੰਗਲ ਹੈ। ਜੇ ਕੋਈ ਸ਼ੰਕਾ ਕਰੇ ਵੀ ਜਿਹੜਾ ਪਹਿਲਾ ਸ਼ਬਦ ਸੀ ਉਹਦੇ ਮੂਹਰੇ ਵੀ ਮੰਗਲ ਸੀ, ਹੁਣ ਦੁਬਾਰੇ ਫੇਰ ਮੰਗਲ ਆ ਗਿਆ। ਇਸ ਤੋਂ ਬਾਅਦ ਕਿਸੇ ਸ਼ਬਦ ਦੇ ਮੂਹਰੇ ਮੰਗਲ ਨਹੀਂ ਹੈ। ਤੀਸਰੇ ਪਾਤਸ਼ਾਹ ਦੇ ਜਿਹਨੇ ਸ਼ੰਤਨ, ਇਸ ਦਾ ਕਿਆ ਭੇਦ ਹੈ? ਇਹ ਸਾਸ ਨਹੀਂ ਜਾਣਨਾ ਵੀ ਜਿਹੜਾ ਪਹਿਲਾ ਸ਼ਬਦ ਗੁਰੂ ਅਮਰਦਾਸ ਜੀ ਦਾ ਆਇਆ ਹੈ ਉਹ ਰਾਗ ਦੇ ਦੂਸਰੇ ਸੋਤਾਲ ਦਾ ਸੀ। ਇਸ ਕਰਕੇ ਉਹਦਾ ਮੰਗਲ ਵੱਖਰਾ ਆਉਣਾ ਹੀ ਆਉਣਾ ਸੀ। ਹੁਣ ਇੱਥੋਂ ਤੀਸਰੇ ਸੁਰਤਾਲ ਦੀ ਬਾਣੀ ਆਰੰਭ ਹੋ ਰਹੀ ਹੈ। ਇਹਦੇ ਚ ਮੰਗਲ ਇੱਕ ਵਾਰੀ ਕਰਨਗੇ ਮਹਾਰਾਜ, ਫਿਰ ਸਾਰੇ ਸ਼ਬਦ ਤੀਸਰੇ ਸੁਰਤਾਲ ਦੇ। ਇਸ ਕਰਕੇ ਦੁਬਾਰੇ ਮੰਗਲ ਦੀ ਲੋੜ ਨਹੀਂ। ਇਹ ਇੰਨਾ ਭੇਦ ਥੋੜਾ ਜਿਹਾ ਸ਼ੁਰੂ ਦੇ ਵਿੱਚ ਹੈ। ਤੇ ਬਾਕੀ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ, ਆਓ ਸਰਵਣ ਕਰੋ ਜੀ। ਇੱਕ ਓੰਕਾਰ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜਾ ਮੰਗਲ ਕੀਤਾ ਹੈ, ਇੱਕ ਅਖੰਡਤਾ ਦਾ ਵਾਚਕ ਸ਼ਬਦ ਹੈ ਜਿਹਦੀ ਦੋ ਥਾਂ ਤੇ ਵੰਡ ਨਾ ਹੋ ਸਕੇ। ਤੇ ਅੱਜ ਕੱਲ੍ਹ ਦੀ ਪੜ੍ਹਾਈ ਦੇ ਤਾਂ ਭਾਵੇਂ 1/2 ਉਸ ਤਰ੍ਹਾਂ ਕਰਕੇ ਯਤਨ ਕੀਤਾ ਹੈ ਇਹਨੂੰ ਵੱਢਣ ਟੁਕਣ ਦਾ ਵੀ ਇਸ ਤਰ੍ਹਾਂ ਹੈ, ਪਰ ਗੁਰਮਤ ਦੀ ਪੜ੍ਹਾਈ ਦੇ ਵਿੱਚ ਇੱਕ ਵੀ ਹੈ। ਤੇ ਬਲਕਿ ਇੱਕ ਲਿਖਣ ਲੱਗਿਆਂ ਅੱਖਰ ਵੀ ਦੋ ਨਹੀਂ ਵਰਤੇ, ਨਹੀਂ ਈੜੀ ਨੂੰ ਸਿਹਾਰੀ ਲਾ ਕੇ ਕੱਕਾ ਲਿਖਦੇ ਫਿਰ ਵੀ ਤਾਂ ਇੱਕੋ ਹੀ ਬਣਨਾ ਸੀ। ਪਰ ਏਕਾ ਲਾਇਆ ਗਣਤ ਵਿਦਿਆ ਦਾ ਵੀ ਕੱਲ ਨੂੰ ਵਿਆਕਰਨ ਵਾਲੇ ਪਾੜ ਝੀੜ ਕਰਕੇ ਅੱਖਰਾਂ ਦੀ ਕਿਤੇ ਇੱਕ ਨੂੰ ਦੋ ਨਾ ਬਣਾ ਦੇਣ ਵੀ ਦੋ ਅੱਖਰਾਂ 'ਚ ਇੱਕ ਲਿਖਿਆ। ਮਹਾਰਾਜ ਨੇ ਇੱਕ ਦੀ ਗੱਲ ਇੱਕ ਨਾਲੇ ਕੀਤੀ, ਇਹ ਭੇਦ ਰੱਖਿਆ। ਖੰਡਿਓ ਜੋ ਨਾ ਜਾਏ, ਖੰਡ ਨਾਮ ਟੁਕੜੇ ਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਦੀ ਵਿਆਖਿਆ ਕਰਦੇ ਨੇ, ਖੰਡਿਓ ਜੋ ਨਾ ਜਾਏ ਸੋ ਅਖੰਡ ਜੂ ਕੋ ਖਿਆਲ ਕੀਤੇ। ਇਹ 10ਵੀਂ ਦੀ ਬਾਣੀ 'ਚ ਇੱਕ ਅਦੁੱਤੀ ਓੰਕਾਰ ਸਰਵ ਕਾ ਪ੍ਰਕਾਸ਼ ਹੈ, ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਹੈ। ਇਹਦੇ ਓੰਕਾਰ ਦੇ ਬੜੇ ਅਰਥ ਹਨ। 63 ਕਿਸਮ ਦੇ ਅਰਥ ਇਹਦੇ ਪੋਥੀਆਂ 'ਚ ਪੜ੍ਹੇ ਗਏ ਆ, ਮਹਾਂਪੁਰਖਾਂ ਦੇ ਕੀਤੇ। ਤੋ ਇਸ ਕਰਕੇ ਇਹਦੇ 7 ਮੱਤਾਂ ਵਾਲਿਆਂ ਨੇ ਇਹਦੇ ਬੜੇ ਭੇਦ ਬੰਨੇ, 3 9 ਭੇਦ ਬੰਨੇ ਆ। 3 ਇੱਕ ਤਰ੍ਹਾਂ ਦੇ, 3 ਇੱਕ ਤਰ੍ਹਾਂ ਚਲੇ। ਤੋ ਇਸ ਪ੍ਰਕਾਰ ਓੰਕਾਰ ਜਿਹੜਾ ਅਕਾਰ ਉਕਾਰ ਮੁਕਾਰ ਪੁਨ अर्ध बिंद पहचान, चारों को समुदाय जो ओंकार पहचान। ओंकार ਦੀ ਪਰਿਭਾਸ਼ਾ ਹੈ ਤੇ ਜਿਹਦੇ ਵਿੱਚ ਅਕਾਰ ਉਕਾਰ ਤੇ ਮੁਕਾਰਨ अर्ध बिंद, ਇਹ ਚਾਰਾਂ ਦੇ ਇਕੱਠ ਨੂੰ ਓੰਕਾਰ ਕਿਹਾ ਜਾਂਦਾ। ਇਹ ਫਿਰ ਜ਼ਿਆਦਾ ਬਹੁਤ ਗਹਿਰੀ ਵਿਆਖਿਆ ਇਸ ਦੀ। ਤੇ ਇਸ ਪ੍ਰਕਾਰ ਇੱਕ ਅਦੁੱਤੀ ਓੰਕਾਰ ਜੋ ਸਰਵ ਕਾ ਪ੍ਰਕਾਸ਼ ਹੈ, ਵਾਹਿਗੁਰੂ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਇਹੋ ਜਿਹਾ ਬ੍ਰਹਮ ਜਿਹੜਾ ਹੈ ਜਿਹਦੇ ਐਸੇ ਵਿਸ਼ੇਸ਼ਣ ਕਥਨ ਕੀਤੇ ਗਏ ਹੈ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸੌਖਾ ਜਿਹਾ ਅਰਥ ਹੈ ਸਤਿਗੁਰ ਪ੍ਰਸਾਦ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦੀ। ਅਥਵਾ ਬ੍ਰਹਮ ਦੇ ਵਿਸ਼ੇਸ਼ਣ ਨੇ ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤ ਚੇਤਨ ਆਨੰਦ, ਗੁਰਮਤਿ ਜੋ ਨੂੰ ਸਤ ਗੁਰ ਪ੍ਰਸਾਦ ਕਿਹਾ। ਅੱਖਰ ਇਕੱਠੇ ਰੱਖਣੇ, ਸਤਿਗੁਰ ਸ਼ਬਦ ਇਕੱਠਾ ਬੋਲਣਾ ਹੈ। ਤੇ ਅਰਥ ਕਰਨ ਵਾਲੇ ਨੇ ਜਿਹੜੇ ਦੂਰੇ ਤੀਰੇ ਕਰਨੇ ਉਹਦੇ ਚੋਂ ਬਣਾਉਂਦਾ ਰਹੇਗਾ। ਤੋ ਇਸ ਪ੍ਰਕਾਰ ਐਸਾ ਬ੍ਰਹਮ ਦੇ ਵਿਸ਼ੇਸ਼ਣ ਤੇ ਜਿਹੜੀ ਮਾਇਆ
ਉਹ ਅਸਤ ਜੜ ਦੁਖ ਰੂਪ ਹੈ, ਜਿਹੜਾ ਬ੍ਰਹਮ ਹੈ ਉਹ ਸਤ ਚੇਤਨ ਆਨੰਦ ਸਰੂਪ ਹੈ। ਇਹ ਮੰਗਲ ਗੀਤ ਹੈ। ਅੱਗੇ ਦੱਸਦੇ ਹਨ ਜੀ, ਰਾਗ ਸੋਹੇ ਮਹੱਲਾ ਤੀਜਾ, ਘਰ ਤੀਜਾ। ਰਾਗ ਸੂਹੀ ਹੈ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਸ਼ਬਦ। ਰਾਗ ਦੇ ਤੀਸਰੇ ਸੁਰਤਾਲ ਵਿੱਚ ਹੈ। ਗੋਇੰਦਵਾਲ ਸਾਹਿਬ ਮਹਾਰਾਜ ਨੇ ਬੜਾ ਲੰਮਾ ਸਮਾਂ ਉੱਥੇ ਕਰਤਾਰਥ ਕੀਤਾ ਸੰਗਤਾਂ ਨੂੰ। ਵਿਚਾਰ ਚੱਲੀ ਮਹਾਰਾਜ ਜਿਹੜੇ ਭਗਤ ਜਨ ਤੇ ਇਹਨਾਂ ਨੂੰ ਸਤਿਯੁਗ ਤੋਂ ਲੈ ਕੇ ਹੁਣ ਤੱਕ ਬੜੇ ਦੁਖਦਾਈ ਲੋਕ ਬਿਨਾਂ ਹੀ ਕਾਰਨ ਤੋਂ ਦੁੱਖ ਦਿੰਦੇ ਆਏ, ਤੇ ਇਹਨਾਂ ਦੀ ਰੱਖਿਆ ਕਿਵੇਂ ਹੁੰਦੀ? ਇਹਨਾਂ ਦੇ ਕੋਲ ਕੋਈ ਫੌਜ ਨਹੀਂ ਹੈ, ਕੋਈ ਇਹਨਾਂ ਦੇ ਕੋਲ ਪ੍ਰਬੰਧ ਨਹੀਂ, ਕੋਈ ਜੰਗਲਾਂ 'ਚ ਬੈਠਾ ਹੈ, ਕੋਈ ਪਹਾੜਾਂ 'ਚ ਬੈਠਾ ਹੈ, ਕੋਈ ਭੋਰਿਆਂ 'ਚ ਬੈਠਾ, ਤੇ ਦੁਸ਼ਮਣ ਉੱਥੇ ਪਹੁੰਚ ਜਾਂਦੇ ਨੇ। ਇਹਨਾਂ ਦੀ ਰੱਖਿਆ ਕਿਵੇਂ ਹੁੰਦੀ? ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਪਾਵਨ ਸ਼ਬਦ ਉਚਾਰ ਕੇ ਗੋਇੰਦਵਾਲ ਸਾਹਿਬ ਉੱਤਰ ਦੇ ਕੇ ਦੱਸਦੇ ਹਨ ਜੀ, ਭਗਤ ਜਨਾ ਕੀ ਹਰਿ ਜੀਉ ਰਾਖੈ। ਇਹ ਭਾਈ ਗੁਰਸਿੱਖੋ, ਭਗਤ ਜਨਾਂ ਦੀ ਤਾਂ ਵਾਹਿਗੁਰੂ ਰੱਖਿਆ ਕਰਦਾ ਹੈ। ਹਰ ਉਹਦਾ ਨਾਮ ਹੈ ਜੋ ਹਰ ਇੱਕ ਦੇ ਅੰਦਰ ਹੈ। ਹਰ ਉਸ ਦਾ ਨਾਮ ਹੈ ਜੋ ਸਾਰਿਆਂ ਦੇ ਪਾਪਾਂ ਨੂੰ ਹਰਦਾ, ਜੋ ਭਜਨ ਸਿਮਰਨ ਕਰਦੇ। ਇਸ ਕਰਕੇ ਭਗਤ ਜਨਾਂ ਦੀ ਜਿਹੜੀ ਪੈਜ ਹੈ, ਇੱਜ਼ਤ ਹੈ, ਉਹ ਕੌਣ? ਹਰਿ ਜੀਉ ਰਾਖੈ। ਉਹ ਰੱਖਿਆ ਕਰਦਾ ਹੈ। ਰੱਖੈ ਰਖਣ ਹਾਰ, ਆਪ ਉਵਾਰਿਆ, ਆਪ ਹੀ ਬਚਾਉਣ ਵਾਲਾ ਹੈ। ਤੇ ਇਸ ਕਰਕੇ ਉਹ ਵਾਹਿਗੁਰੂ ਰੱਖਿਆ ਕਰਦਾ ਉਹਨਾਂ ਦੇ। ਜੁਗ ਜੁਗ ਰਖਦਾ ਆਇਆ ਰਾਮ। ਇਹ ਰਾਮ ਦੇ ਦੋ ਅਰਥ ਹੈ ਸੰਪਰਦਾ ਚ। ਇੱਕ ਦਾ ਹੈ ਵੀ ਇਹ ਹੇ ਭਾਈ, ਇਸ ਤਰ੍ਹਾਂ ਦਾ ਭਾਈ ਦਾ ਵਾਚਕ ਸ਼ਬਦ। ਦੂਸਰਾ ਰਾਮ ਰਮਿਆ ਹੋਇਆ, ਜੋ ਸਾਰੇ ਰਾਮ ਉਹ ਜੁਗਾਂ ਜੁਗਾਂਤਰਾਂ ਦੇ ਵਿੱਚ ਹੀ ਪੈਜ ਰੱਖਦਾ ਆਇਆ ਹੈ। ਹਰ ਰੋਜ਼ ਆਸਾ ਦੀ ਵਾਰ ਵਿੱਚ ਸੁਣਦੇ ਹਾਂ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ। ਪ੍ਰਮਾਤਮਾ ਰੱਖਦਾ। ਤੋ ਇਸ ਕਰਕੇ ਫਿਰ ਜੁਗ ਜੁਗ, ਜੁਗ ਅਰਥ ਵਿੱਚ ਦੋ ਦਾ ਵਾਚਕ ਸ਼ਬਦ ਹੈ। ਦੋ ਤੇ ਦੋ ਚਾਰ ਹੁੰਦੇ। ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ ਚਾਰ ਹੋ ਗਏ। ਸਤਯੁਗ ਦੇ ਧਰੂਮ ਪ੍ਰਹਲਾਦ ਦੀ ਰੱਖਿਆ ਕੀਤੀ। ਤ੍ਰੇਤੇ ਦੇ ਵਿੱਚ ਭੇਲਣੀ ਆਦਿ ਜੀ ਦਾ ਨਰਾਦ ਹੋ ਰਿਹਾ ਸੀ, ਤੇ ਬਿਦਰ ਆਦਿ ਤੇ ਉਹਨਾਂ ਦੇ ਸਾਧ ਸੰਗਤ। ਤ੍ਰੇਤੇ ਦੇ ਵਿੱਚ ਤਾਂ ਚਲੋ ਬਿਦਰ ਨਹੀਂ ਸੀ। ਬਿਦਰ ਵਰਗੀ ਭਾਵਨਾ ਰੱਖਣ ਵਾਲੇ ਤ੍ਰੇਤੇ ਦੇ ਵਿੱਚ ਜਿਹੜੇ ਹੋਰ ਭਗਤ ਸਨ, ਵਿਭੀਸ਼ਣ ਹੈ, ਉਹਦੀ ਰੱਖਿਆ ਕੀਤੀ। ਬਹੁਤ ਸਾਰੇ ਰਿਸ਼ੀ ਮੁਨੀ ਰਾਖਸ਼ਾਂ ਤੋਂ ਰੱਖਿਆ ਕੀਤੀ ਰਾਮ ਰੂਪ ਹੋ ਕਰਕੇ। ਦੁਆਪਰ ਦੇ ਕ੍ਰਿਸ਼ਨ ਰੂਪ ਹੋ ਕਰਕੇ ਬੜੇ ਬੜੇ ਦੁਸ਼ਟ ਜਿਹੜੇ ਰਾਖਸ਼ ਸਨ ਉਹਨਾਂ ਨੂੰ ਮਾਰਿਆ, ਤੇ ਬਿਦਰ ਆਦਿ ਦਾ ਪੱਖ ਕੀਤਾ ਹੈ। ਤੇ ਉਹਦੇ ਵਿੱਚ ਜਿੱਥੇ ਬਿਦਰ ਦਾ ਪੱਖ ਕੀਤਾ ਹੈ, ਉੱਥੇ ਸਦਾਮਾ ਭਗਤ ਵਰਗੇ ਜਿਹੜੇ ਆਪਣੇ ਬਾਲ ਸਿਖਾਈ ਸੀ, ਉਹਨਾਂ ਦਾ ਮਾਣ ਵਧਾਇਆ, ਇੱਜ਼ਤ ਵਧਾਈ ਹੈ। ਤੇ ਕਲਯੁਗ ਦੇ ਸਮੇਂ ਦੇ ਅੰਦਰ ਭਾਈ ਲਾਲੋ ਵਰਗਿਆਂ ਨੂੰ ਉਹਨਾਂ ਦੀ ਇੱਜ਼ਤ ਵਧਾਈ ਹੈ। ਇਸ ਤਰ੍ਹਾਂ ਦੇ ਬਿਆਨ ਵੀ ਚਾਰੇ ਯੁਗਾਂ ਦੇ ਵਿੱਚ ਪਰਮੇਸ਼ਰ ਆਪਣਾ ਸਰਗੁਣ ਸਰੂਪ ਧਾਰਨ ਕਰਕੇ ਆਪਣਿਆਂ ਦੀ ਪੈਜ ਇੱਜ਼ਤ ਨੂੰ ਵਧਾਉਂਦਾ ਹੈ। ਪਰਮੇਸ਼ਰ ਦਾ ਇਹ ਬਿਰਦ ਹੈ। ਜੋ ਪਰਮੇਸ਼ਰ ਨੂੰ ਯਾਦ ਕਰਦਾ ਹੈ, ਪਰਮਾਤਮਾ ਐਸੀ ਉਹ ਸ਼ਕਤੀ ਹੈ, ਉਹ ਸੰਸਾਰ ਦੇ ਵਿੱਚ ਉਹਦਾ ਨਾਮ ਲੋਕ ਸਤਿਕਾਰ ਨਾਲ ਲੈਂਦਾ। ਜਦੋਂ ਰੱਬ ਦਾ ਸਤਿਕਾਰ ਕਰਦਾ, ਲੋਕ ਉਹਦਾ ਸਤਿਕਾਰ ਕਰਨ ਲੱਗ ਜਾਂਦੇ। ਇੱਥੇ ਦੇਖ ਲਓ ਤੁਸੀਂ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੇਗਾ, ਉਹਦਾ ਬਾਕੀ ਦੇ ਲੋਕ ਸਤਿਕਾਰ ਕਰਨ ਲੱਗ ਜਾਣਗੇ। ਇਹ ਗੁਰਮੁਖ ਬੰਦਾ ਜੀ ਗੁਰੂ ਗ੍ਰੰਥ ਸਾਹਿਬ ਦਾ ਬੜਾ ਆਦਰ ਕਰਦਾ। ਜਨ ਨਾਨਕ ਸਤਿਗੁਰੂ ਪੂਜਿਆ, ਤਿਨ ਹਰ ਪੂਜ ਕਰਾਵਾ। ਉਹਨਾਂ ਦੀ ਪੂਜਾ ਹੁੰਦੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ। ਸੋ ਇਸ ਕਰਕੇ ਜੁਗਾਂ ਜੁਗਾਂਤਰਾਂ ਦੇ ਵਿੱਚ ਐਸਾ ਹੁੰਦਾ ਆਇਆ ਹੈ, ਤੁਰਾਂ ਤੋਂ ਹੁੰਦਾ ਆਇਆ ਹੈ।
ਸੋ ਭਗਤ ਜੋ ਗੁਰਮੁਖ ਹੋਵੈ। ਕਹਿੰਦੇ ਉਹ ਹੈ ਭਗਤ, ਸੋ ਦਾ ਅਰਥ ਹੁੰਦਾ ਉਹ। ਤੇ ਜਿਹੜਾ ਮੁਖੀ ਗੁਰੂ ਸਾਹਿਬ ਦੁਆਰਾ ਜਣੀ ਗੁਰੂ ਦੇ ਉਪਦੇਸ਼ ਨੂੰ ਕਮਾਉਣ ਵਾਲਾ ਹੋਵੇ। ਗੁਰਮੁਖ ਦੇ ਦੋ ਅਰਥ ਨੇ, ਇੱਕ ਤਾਂ ਗੁਰਸਿੱਖ ਤੇ ਆ ਜਾਂਦਾ, ਇੱਕ ਮੁਖੀ ਗੁਰੂ ਸਾਹਿਬ, ਸਾਰਿਆਂ ਚ ਮੁਖੀ ਨੂੰ ਗੁਰੂ ਸਾਹਿਬ। ਇਸ ਕਰਕੇ ਉਹਨਾਂ ਦਾ ਉਪਦੇਸ਼ ਕਮਾਉਣ ਵਾਲਾ ਹੋਵੇ, ਉਹਨੂੰ ਭਗਤ ਕਹਿ ਲਓ, ਉਹਨੂੰ ਗੁਰਮੁਖ ਕਹਿ ਲਓ। ਅੱਗੇ ਦੱਸਦੇ ਹਨ, ਮੈਂ ਸ਼ਬਦ ਜਲਾਇਆ, ਰਾਮ ਰਾਮ ਰਾਮ, ਮੈਂ ਸ਼ਬਦ ਜਲਾਇਆ ਰਾਮ। ਤੇ ਉਹ ਰਮੇ ਹੋਏ ਰਾਮ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪ ਕੇ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਜਿਹੜੇ ਹਉਮੈ ਦਾ ਘਾਹ ਫੂਸ ਅੰਦਰ ਸਾਡੇ ਕੂੜਾ ਕਟਕਲ ਇਹ ਕਚਰੇ ਇਕੱਠੇ ਹੋਏ ਵੇ ਨੇ, ਤੇ ਇਹਨਾਂ ਨੂੰ ਸ਼ਬਦ ਦੀ ਅਗਨੀ ਨਾਲ ਫੂਕ ਦਿੱਤਾ। ਹਉਮੈ ਜਿਹੜੀ ਹੈ, ਹਉਮੈ ਵਿੱਚ ਦੋ ਚੀਜ਼ਾਂ ਨੇ, ਹਉ ਤੇ ਮੈਂ। ਹਉ ਨਾਮ ਹੈ ਹੰਗਤਾ ਦਾ, ਹੰਗਤਾ ਤੇ ਮਮਤਾ ਨੂੰ ਇਕੱਠੇ ਕਰ ਲਈਏ ਤਾਂ ਹਉਮੈ ਸ਼ਬਦ ਬਣਦਾ। ਹੰਗਤਾ ਤੇ ਮਮਤਾ ਨੂੰ ਉਹਨਾਂ ਨੇ ਸਾੜ ਦਿੱਤਾ ਹੈ। ਨਾ ਸੰਬੰਧੀਆਂ ਦੀ ਮਮਤਾ ਰਹੇ, ਨਾ ਪਦਾਰਥਾਂ ਦੀ ਮਮਤਾ ਰਹੇ, ਨਾ ਆਪਣਾ ਕਿਸੇ ਚੀਜ਼ ਦੇ ਉੱਤੇ ਇਹ ਹੰਗਤਾ ਹੋਵੇ। ਮੈਂ ਔਰ ਮੇਰੀ ਦੇ ਭਾਵ ਨੂੰ ਬੰਦਗੀ ਕਰਕੇ ਖਤਮ ਕਰ ਦਿੱਤਾ। ਕਬੀਰ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ। ਉਹ ਇੱਥੇ ਖੜ ਗਿਆ। ਇਹ ਸ਼ਬਦ ਦੁਆਰਾ ਹਉਮੈ ਨੂੰ ਇਉਂ ਸਾੜ ਦਿੱਤਾ ਹੈ। ਹਉਮੈ ਸ਼ਬਦ ਜਲਾਇਆ ਮੇਰੇ ਹਰਿ ਭਾਇਆ। ਤੇ ਫਿਰ ਹਉਮੈ ਨੂੰ ਸ਼ਬਦ ਦੁਆਰਾ ਜਲਾ ਦਿੱਤਾ। ਪਿੱਛੇ ਸੀ ਹਉਮੈ ਸ਼ਬਦ ਜਲਾਇਆ ਰਾਮ, ਹੁਣ ਫਿਰ ਆ ਗਿਆ ਹਉਮੈ ਸ਼ਬਦ ਜਲਾਇਆ ਮੇਰੇ ਹਰਿ ਭਾਇਆ। ਇਹਨੂੰ ਸ਼ਬਦ ਦਾ ਉਲਾਲਾ ਕਹਿੰਦੇ ਆ ਸੰਪਰਦਾ ਦੇ ਵਿੱਚ। ਇਹਨੂੰ ਇਸ ਪ੍ਰਕਾਰ ਵੀ, ਤੇ ਉਹ ਸ਼ਬਦ ਦੀ ਸੁਰ ਤਾਲ ਨੂੰ ਕਾਇਮ ਰੱਖਣ ਵਾਸਤੇ ਉਹਦਾ ਸ਼ਬਦ ਦਾ ਪਿਛਲਾ ਹੁਲਾਰਾ ਉਸੇ ਤਰ੍ਹਾਂ ਦੇਣਾ, ਤੇ ਅਰਥ ਇਹ ਉਹੀ ਆਪਾਂ। ਹਉਮੈ ਨੂੰ ਸ਼ਬਦ ਦੁਆਰਾ ਸਾੜ ਦਿੱਤਾ। ਜਦੋਂ ਹਉਮੈ ਨੂੰ ਸਾੜ ਦਿੱਤਾ ਮੇਰੇ ਹਰਿ ਭਾਇਆ, ਕਿਉਂਕਿ ਪਰਮੇਸ਼ਰ ਵਾਹਿਗੁਰੂ ਹਉਮੈ ਵਾਲਿਆਂ ਨਾਲ ਪਿਆਰ ਨਹੀਂ ਕਰਦਾ, ਬਲਕਿ ਹਉਮੈ ਨਾਵੇ ਨਾਲ ਵਿਰੋਧ ਹੈ। ਪਰਮਾਤਮਾ ਕਹਿੰਦਾ ਸੱਜਣਾ ਮੇਰਾ ਤਾਂ ਮਿਲਣਾ ਇੱਕ ਪਾਸੇ ਰਿਹਾ। ਜਿੰਨੀ ਦੇਰ ਤੱਕ ਤੇਰੇ ਵਿੱਚ ਹਉਮੈ ਹੈ ਉਨੀ ਦੇਰ ਤੱਕ ਮੇਰਾ ਨਾਮ ਵੀ ਤੈਨੂੰ ਨਹੀਂ ਮਿਲੇਗਾ। ਤੂੰ ਕੋਸ਼ਿਸ਼ ਕਰਦਾ ਰਹੇਗਾ। ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਹੋਣੀਆਂ, ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ। ਅੰਧੇਰਾ ਤੇ ਚਾਨਣ ਇਕੱਠੇ ਕਿਉਂ ਕਰਦਾ ਹੈ? ਹੋਣੇ ਨਹੀਂ। ਹੰਗਤਾ ਕੱਢਦੇ ਤੇ ਸ਼ਬਦ ਦਾ ਪ੍ਰਕਾਸ਼ ਹੋ ਜਾਏਗਾ। ਇਸ ਕਰਕੇ ਵਿਰੋਧੀ ਪੱਖ ਦੋਨਾਂ ਨੂੰ ਇਕੱਠੇ ਨਾ ਕਰ। ਅੱਗ ਤੇ ਪਾਣੀ ਇਕੱਠੇ ਕਰਿਆ, ਦੋਨਾਂ 'ਚ ਇੱਕੋ ਹੀ ਰਹੂਗਾ, ਜਾਂ ਪਾਣੀ ਰਹੂਗਾ ਜਾਂ ਅੱਗ ਰਹੂਗਾ, ਜਾਂ ਹਉਮੈ ਰਹੂਗੀ ਜਾਂ ਨਾਮ ਰਹੂਗਾ। ਹਉਮੈ ਕਰੀ ਤਾਂ ਤੂੰ ਨਾਹੀਂ, ਤੂੰ ਹੋਵੇਂ ਹਉ ਨਾਹੀਂ, ਬੁੱਝੋ ਗਿਆਨੀ ਬੁੱਝਣਾ, ਇਹ ਕਥ ਕਥਾ ਮੰਨਦਾ। ਇਸ ਕਰਕੇ ਫਿਰ ਜਦੋਂ ਹਉਮੈ ਨੂੰ ਸ਼ਬਦ ਦੁਆਰਾ ਸਾੜ ਦਿੱਤਾ ਤਾਂ ਮੇਰੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਫਿਰ ਉਹ ਭਾ ਗਿਆ, ਚੰਗਾ ਲੱਗਿਆ। ਕਿਉਂਕਿ ਪਰਮੇਸ਼ਰ ਵਾਹਿਗੁਰੂ ਨੂੰ ਹਉਮੈ ਵਾਲੇ ਕਦੇ ਚੰਗੇ ਨਹੀਂ ਲੱਗੇ ਅੱਜ ਤੱਕ। ਹੰਕਾਰੀ ਜਿਹੜੇ ਲੋਕ ਨੇ, ਦੇਖੋ ਇਹਦੇ 'ਚ ਹੈ ਤਾਂ ਵਿਕਾਰ ਸਾਰੇ ਮਾੜੇ। ਕਾਮ ਕਿੰਨਾ ਨਿਖਿੱਧ ਵਿਕਾਰ ਹੈ, ਪਰ ਕਾਮਾਰਥੀ ਸਵਾਰਥੀ ਬਾਕੀ ਪੈਸਵਾਰੀ ਇਹਦੀ ਵੀ ਪੈਜ ਰੱਖਦੇ, ਕਾਮੀਆਂ ਦੀ ਵੀ ਰੱਖਦੇ। ਕ੍ਰੋਧੀ ਦਰਵਾਸ਼ੇ ਵਰਗੇ ਥੋੜਾ ਕ੍ਰੋਧੀ ਸੀ, ਫਿਰ ਵੀ ਜਦੋਂ ਆਏ ਪਿਆ ਸ਼ਰਨਾਗਤ, ਮਾਰੀ ਦਾ ਅਮਰੀਕ ਛਡਾਇਆ, ਫਿਰ ਵੀ ਛਡਾ ਲਿਆ ਕਿ ਸ਼ਰਨ ਵਿੱਚ ਆ ਗਏ। ਤੇ ਲੋਭੀ ਜਿਹੜੇ ਸੀ 52 ਵਰਗੇ, ਤੇ ਉਹਨਾਂ ਨੂੰ ਵੀ ਪਤਾਲ ਦਾ ਰਾਜ ਦੇ ਦਿੱਤਾ। ਕਾਮ ਕ੍ਰੋਧ ਲੋਭ ਤੇ ਮੋਹ ਦੇ ਚ ਗ੍ਰਸੇ ਹੋਏ। ਤੇ ਗੁਰੂ ਨਾਨਕ ਸਾਹਿਬ ਰੂਪ ਧਾਰਨ ਕਰਕੇ ਉਹ 4-5 ਵਾਰੀ ਭਾਵੇਂ ਜਾਣਾ ਪਿਆ, 4-5 ਜੂਨਾਂ ਬਦਲ ਗਈਆਂ ਸੀ ਉਹਦੇ ਬਜ਼ੁਰਗ ਦੀਆਂ, ਫਿਰ ਵੀ ਤਾਰ ਹੀ ਦਿੱਤਾ ਉਹਨੂੰ। ਪਰ ਜਦੋਂ ਬਾਰੀ ਹੰਕਾਰੀ ਦੀ ਆਉਂਦੀ ਹੈ, ਹੰਕਾਰੀ ਨੂੰ ਨਹੀਂ ਬਖਸ਼ਿਆ, ਨੌਹਾਂ ਨਾਲ ਪਾੜ ਕੇ ਛੱਡ ਦੇ। ਹੰਕਾਰੀ ਨੂੰ ਨਹੀਂ ਬਖਸ਼ਦਾ ਬਾਬਾ। ਸੋ ਇਸ ਕਰਕੇ ਹਉਮੈ ਦਾ ਰੱਬ ਦੇ ਨਾਲ ਵੀ ਵਿਰੋਧ ਹੈ, ਰੱਬ ਦੇ ਨਾਮ ਦੇ ਨਾਲ ਵੀ ਵਿਰੋਧ ਹੈ। ਹਰ ਜੂ ਅਹੰਕਾਰ ਨਾ ਪਾਵੇ,
वेद कूक सुना। गुरबाणी च ਉਹੀ ਗੱਲ ਕਹੀ ਹੈ ਵੀ ਪਰਮੇਸ਼ਰ ਨੂੰ ਉਹੀ ਭਾਊਗਾ ਜਿਹੜਾ ਜਿਹਦੇ ਚ ਹੰਕਾਰ ਨਹੀਂ। ਹੰਕਾਰੀ ਕੀਰਤਨ ਕਰੇ, ਲੋਕ ਭਾਵੇਂ ਚੰਗਾ ਕਹਿਣ, ਪਰਮਾਤਮਾ ਨਹੀਂ ਚੰਗਾ ਕਹੇ। ਹੰਕਾਰੀ ਬੰਦਾ ਕਥਾ ਕਰੇ ਹੰਕਾਰ ਵਿੱਚ ਆ ਕੇ, ਲੋਕ ਜਿੰਨੀ ਮਰਜ਼ੀ ਵਾਹਵਾ ਕਰਨ, ਗੁਰੂ ਨੂੰ ਨਹੀਂ ਚੰਗਾ ਨਹੀਂ ਲੱਗਦਾ। ਉਹ ਕਹਿੰਦਾ ਹੰਕਾਰੀ ਬੰਦਾ ਹੈ। ਹਉਮੈ ਚ ਆ ਕੇ ਕਥਾ ਕਰਦੇ, ਹਉਮੈ ਚ ਆ ਕੇ ਸੇਵਾ ਕਰੋ, ਲੋਕ ਕਹਿਣਗੇ ਬੜਾ ਚੰਗਾ ਸੇਵਾ ਕਰਦਾ, ਪਰ ਗੁਰੂ ਨਹੀਂ ਮੰਨਦਾ ਇਸ ਗੱਲ। मिटा दे अपनी हस्ती अगर मर्तबा चाहें, दाना खाक में रुल कल गुले गुलजार होता है। मिटाना पैंदा है, पहला मरण कबूल, जीवन की छड़ आस। फिर रब नूं पा जांदा है। जिस दी साची बाणी, कहंदे किस नूं पा जांदा है? जिस वाहिगुरु दी अकाल पुरख दी सतनाम रूप बाणी सच्ची है, जिसदी वेद बाणी सच्ची है, जिसदी अकाल को बाणी गुरु ग्रंथ साहब दी सच्ची है, वो वाहिगुरु जिहड़ा आद सच जुगाद सच है, उस नूं ओ मेरे हरि नूं वाहिगुरु नूं भा जांदा है। सच्ची भगत करे दिन राते, सच्ची भगती वो हुंदी है जिहड़ी परमेश्वर दी भगती है ना। परमात्मा सच्चा है, ਉਹਦੀ भगती भी सच्ची। देवी देवते झूठे ने, उन्होंने भगती भी झूठी है। झूठे क्यों ने? वो जमन मरण च ने। इस करके भाई सच्ची भगत केवल परमात्मा दी है। वो करें दिन राती, सच्ची भगत रात दिन कर दे है। दिन राती आराधो प्यारो, निमख ना की जाती है। उन्हों की ताई अवस्था है। अगे दसदे हन जी, गुरमुख आख वखाणे, ये गल मुखी गुरु साहब ने आख अपने मुंह तो कह के बख्यान की हुई है। ये किसी होर दी बात नहीं है। भगतां की चाल सच्ची, अत निर्मल। ते भगतां दी जड़ी है, भगतां की चाल निराली, चालां निराली, भगतां केरी बेखो मागर चलना। लब लो अहंकार ता तिसना बहुत नहीं बोलना। भगतां जिहड़ी चाल चाली है, चाली की है? रौ रीत मर्यादा, ये संसार तो वखरी है ते अतिअंत निर्मल है, जिहड़ी मैल तो रहत है। मलीन करन वाली बिरती नूं तीन चीज़ां न, रजोगुण सतोगुण तमोगुण, वो तो है ही नहीं है। इस करके वो निर्मल, जियो हो निर्मल, बाहर हो निर्मल, वो तो हर प्रकार करके निर्मल हो गए। नाम सच्चा मन पाया, सच्चे वाहिगुरु दा नाम उन्हां दे मन नूं चंगा लग्या है। नानक भगत सोहै दर साचै, ते नानक भगत सोह है दर सच। वो परमेश्वर दे दर दे उत्ते सचखंड विच सोभनीक हो गए। किहड़े? अगे दसदे हन, जिन सचो सच कमाया, जिन्हां ने सच्चा जो परमेश्वर है ਉਹਦੀ सच्ची कमाई नाम दी कीती है। जिहड़ी धन दी कमाई जीव करदा है, नासवान साडा शरीर है, इहदे वास्ते पदार्थ कमा रहे हैं। शरीर भी नासवान, पदार्थ भी नासवान। संबंधियां वास्ते माया जोड़ते हैं, संबंधी भी नासवान ते माया भी नासवान। जिहड़ा नाम दा खजाना है ये अखुट है, ये तन इखुट ना निखुट है ना जाए, पूरे सतगुर दिया। तो इस करके है वो फिर सच दी कमाई करते हैं। सच्चा है परमेश्वर दा नाम, वो नाम दी कमाई करते हैं। भागठड़े हर संत तुम्हारे, जिन कर तन हर नामा, प्रवान गणी से आए सवल तिना के। ਉਹ ਇਹ ਖਜ਼ਾਨਾ ਹਰ ਵਕਤ ਜੋੜਦੇ ਰਹਿੰਦੇ ਹਨ। ਹਰ ਭਗਤਾਂ ਕੀ ਜਾਤ ਪਤ ਹੈ, ਤੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਭਗਤ ਨੇ, ਭਗਤੀ ਕਰਨ ਵਾਲੇ ਨੂੰ ਭਾਈ ਭਗਤ ਕਹਿੰਦੇ ਆ। ਤੇ ਹਰੀ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਭਗਤਾਂ ਦੀ ਜਿਹੜੀ ਜਾਤੀ ਹੈ, ਜਾਤ ਤੋਂ ਭਾਵ ਜਿਹੜੀ ਜਾਤੀ ਹੈ, ਉਹਨਾਂ ਦੀ ਹੋਰ ਕੋਈ ਜਾਤੀ ਜਿਹੜੀਆਂ ਸੰਸਾਰ ਦੀਆਂ ਕਲਪੀਆਂ ਹੋਈਆਂ ਨੇ, ਇਹ ਜਾਤਾਂ ਨਹੀਂ ਹੈ। उन्हां दी जात तां परमात्मा आप ब्रह्म परमेश्वर वाहिगुरु
ਤੇ ਉਹਨਾਂ ਦੀ ਜਾਤ ਕੀ ਹੈ? ਖਾਲਸੇ ਕੀ ਜਾਤ ਪਾਤ ਖਾਲਸਾਈ ਮਾਨੋ, ਭਾਈ ਖਾਲਸੇ ਦੀ ਕੀ ਜਾਤ ਹੈ? ਇਸੇ ਤਰ੍ਹਾਂ ਤੇ ਭਗਤਾਂ ਦੀ ਜਾਤ ਕੋਈ ਨਹੀਂ। ਤੇ ਬ੍ਰਹਮ ਨੂੰ ਜਾਣਨ ਕਰਕੇ ਬ੍ਰਹਮ ਬੇਤੇ ਜਿਹੜੇ ਨੇ, ਬ੍ਰਹਮ ਜਨੰਤੀ ਬ੍ਰਹਮਣ, ਵੇਦ ਦੀ ਸੁਰਤੀ ਕਹਿੰਦੇ ਜਿਹਨੇ ਬ੍ਰਹਮ ਨੂੰ ਜਾਣ ਲਿਆ ਆਖੇ ਜੀ ਉਹ ਬ੍ਰਾਹਮਣ ਹੈ। ਤੇ ਕਬੀਰ ਸਾਹਿਬ ਵੀ ਫਿਰ ਬ੍ਰਾਹਮਣ, ਇਸ ਲਈ ਨਾ ਰਵਿਦਾਸ ਜੀ ਵੀ ਬ੍ਰਾਹਮਣ ਕਹਿ ਦਿੱਤਾ ਵੀ ਦੱਸੋ ਵੀ ਕਹੋ ਕਬੀਰ ਜੋ ਬ੍ਰਹਮ ਵਿਚਾਰਾ ਹੈ ਸੋ ਬ੍ਰਾਹਮਣ ਕਹੀਏ ਤਾਂ ਹੈ ਮਾਰੇ, ਇਹ ਤਾਂ ਗੁਰਬਾਣੀ ਪਰ ਹੈ। ਇਸ ਕਰਕੇ ਉਹਨਾਂ ਦੀ ਜਾਤੀ ਬ੍ਰਹਮ ਹੋ ਗਈ। ਇਸ ਪ੍ਰਕਾਰ ਹੈ ਹਰ ਭਗਤਾਂ ਕੀ ਜਾਤ ਪਾਤ ਹੈ। ਇਹਨੂੰ ਪਤ ਸ਼ਬਦ ਨੂੰ ਕਸ ਕੇ ਨਹੀਂ ਬੋਲਣਾ। ਜੇ ਕਸ ਕੇ ਬੋਲਾਂਗੇ ਪਤ ਦਾ ਅਰਥ ਹੁੰਦਾ ਪੱਤੇ ਜਿਹੜੇ ਬਿਰਸ਼ਾਂ ਨੂੰ ਲੱਗੇ ਹੁੰਦੇ। ਜਦੋਂ ਪੋਲਾ ਜਾਂ ਪਾਠ ਕਰਾਂਗੇ ਪਤ, ਉਹ ਹੋ ਗਿਆ ਇੱਜ਼ਤ ਦਾ ਵਾਚਕ। ਇੱਕ ਥੋੜੀ ਜਿਹੀ ਅਣਗਹਿਲੀ ਦੇ ਨਾਲੇ ਪਾਠ ਦੇ ਵਿੱਚ ਅਰਥ ਦਾ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਹੈ। ਇਹ ਪਾਠ ਕਰਨਾ ਵੀ ਕੰਡਿਆਂ ਦੀ ਸੇਜਾ ਹੈ, ਇਹ ਸੌਖਾ ਜਿਹਾ ਕੰਮ ਨਹੀਂ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਪਾਠੀਆਂ ਨੂੰ ਨਮਸਕਾਰ ਹੈ ਭਾਈ, ਜਿਨ੍ਹਾਂ ਨੇ ਮਿਹਨਤਾਂ ਕੀਤੀਆਂ। ਇਸ ਕਰਕੇ ਕੰਮ ਜਿਹੜਾ ਨਾ ਤੇ ਮਿਹਨਤਾਂ ਸਾਰੀ ਉਮਰ ਕਰੀ ਜਾਓ। ਇਹ ਥੋੜਾ ਵੀ ਕੋਈ ਮੁਕੰਮਲ ਹੋਇਆ, ਗੁਰਬਾਣੀ ਅਥਾਹ ਸਮੁੰਦਰ ਹੈ। ਤੋ ਇਸ ਕਰਕੇ ਭਗਤਾਂ ਦੀ ਜਿਹੜੀ ਜਾਤ ਤੇ ਪਾਤ ਪਾਤ ਇੱਜ਼ਤ ਹੈ ਜਿਹੜੀ ਉਹਨਾਂ ਦੀ, ਜਾਂ ਪਤ ਪੰਗਤੀ ਹੈ ਜਿਹੜੀ ਉਹਨਾਂ ਦੀ, ਤੇ ਉਹ ਇੱਕ ਵੱਖਰੀ ਹੈ ਸੰਸਾਰ ਤੋਂ, परमात्मा ही है। भगतो हर कै नाम समाने राम, राम हे भाई ਜਾਂ ਰਾਮ ਰਮੇ ਹੋਏ ਵਾਹਿਗੁਰੂ ਦੀ ਭਗਤੀ ਦੇ ਵਿੱਚ ਉਹਨਾਂ ਦੀ ਬਿਰਤੀ ਸਮਾਈ ਹੋਈ ਹੈ। ਹਰ ਭਗਤ ਕਰੈ ਵਿੱਚੋਂ ਆਪ ਗਵਾਵੇ। ਤੇ ਵਾਹਿਗੁਰੂ ਦੀ ਭਗਤੀ ਤਾਂ ਬਹੁਤ ਦੁਨੀਆ ਕਰਦੀ ਹੈ। ਹਿੰਦੂ ਭਰਾਵਾਂ ਦੇ ਵਿੱਚ ਕੋਈ ਗਿਣਤੀ ਕਰੀਏ, ਗਿਣਤੀ ਥੋੜੀ ਹੈ ਵੀ ਕਿੰਨੇ ਕੁ ਬੰਦਗੀ ਕਰਦੇ। ਇਸਲਾਮ 'ਚ ਕਿੰਨੇ ਕਰਦੇ ਆ, ਸਿੱਖਾਂ 'ਚ ਕਿੰਨੇ ਕਰਦੇ ਆ, ਗਿਣਤੀ ਤੋਂ ਰਹਿਤ। ਪਰ ਕਿੱਥੇ ਆ ਕੇ ਫਰਕ ਪੈਂਦਾ ਹੈ ਵੀ ਆਪਣੇ ਅੰਤਸਕਰਨ ਦੇ ਵਿੱਚੋਂ ਜਿਹੜਾ ਆਪਾਂ ਨਹੀਂ ਗਵਾ ਰਹੇ। ਭਗਤੀ ਕਰਨ ਵਾਲੇ ਜਦੋਂ ਆਪਾਂ ਨਹੀਂ ਗਵਾ ਰਹੇ, ਥਾਂ ਹੀ ਨਹੀਂ ਪੈ ਰਹੀ। ਇਸ ਕਰਕੇ ਹਰ ਭਗਤ ਕਰੇ ਵਿੱਚੋਂ ਆਪ ਗਵਾਵੇ। ਉਹਨਾਂ ਦੀ ਬੰਦਗੀ ਥੋੜੀ ਕੀਤੀ ਹੋਈ ਵੀ ਕਬੂਲ ਹੋ ਜਾਂਦੀ ਹੈ। ਹੁਣ ਦੇਖੋ, ਇੱਕ ਮੁਸਲਮਾਨ ਫਕੀਰ ਨੇ, ਬੰਦਗੀ ਵਾਲੇ ਨੇ ਇੱਕ ਸ਼ੇਰ ਲਿਖਿਆ ਮਸੀਤ ਦੇ ਉੱਤੇ। ਸ਼ੇਖੂਰ ਪਿੰਡ ਹੈ ਇੱਥੇ ਯੂਪੀ ਦੇ ਵਿੱਚ। ਬਾਬਾ ਹਰਵੰਸ ਸਿੰਘ ਜੀ ਗਏ ਸੀ ਕਾਰ ਸੇਵਾ ਵਾਲੇ, ਉੱਥੇ ਕਿਤੇ ਲਾਗੇ ਛਾਗੇ ਕੋਈ ਇਤਿਹਾਸਕ ਸਥਾਨ ਸੀ। ਉਹ ਜਦੋਂ ਉਹ ਉਰਦੂ ਪੜ੍ਹੇ ਸੀ, ਪੁਰਾਣੇ ਸਮੇਂ 'ਚ ਬਜ਼ੁਰਗ ਉਰਦੂ ਪੜ੍ਹਦੇ ਸੀ, ਉਹਨਾਂ ਦੇ ਵੇਲੇ ਸਕੂਲਾਂ 'ਚ ਉਰਦੂ 'ਚ ਲੱਗਿਆ। ਉਹਨੇ ਜਦੋਂ ਦੇਖਿਆ, ਉਹ ਕਹਿੰਦੇ ਗੱਡੀ ਰੋਕ, ਉਹਨੇ ਗੱਡੀ ਰੋਕ ਲਈ। ਗੱਡੀ ਰੋਕ ਕੇ ਪੜ੍ਹਿਆ। ਤੇ ਮੇਰਾ ਸੁਭਾਅ ਸੀ, ਮੈਂ ਜਦੋਂ ਬਾਹਰ ਆਉਣਾ, ਇੰਗਲੈਂਡ ਆਵਾਂ, ਕਨੇਡਾ, ਅਮਰੀਕਾ ਵੀ ਇੱਕ ਵਾਰੀ ਉੱਥੇ ਦਿੱਲੀ ਬਾਬਾ ਜੀ ਨੂੰ ਮਿਲਣਾ, ਪਿਆਰ ਸੀ ਬਣਿਆ ਵਾ ਬਹੁਤ ਦੇਰ ਦਾ। ਤੇ ਉਹ ਫਿਰ ਬਚਨ ਤਾਂ ਪਰਮਾਰਥੀ ਹੁੰਦੇ। ਉਹਨੇ ਬਚਨ ਸੁਣਾਇਆ, ਕਹਿੰਦੇ ਵੀ ਉੱਥੇ ਮਸੀਤ ਦੇ ਉੱਤੇ ਕਹਿੰਦੇ ਇੱਕ ਬਚਨ ਬੜਾ ਸੋਹਣਾ ਲਿਖਿਆ ਹੋਇਆ ਸੀ। ਮੈਂ ਕਿਹਾ ਜੀ ਕੀ ਹੈ? ਕਹਿੰਦੇ ਉੱਥੇ ਲਿਖਿਆ ਸੀ, ਕਹਿੰਦੇ करे मस्जिद में बात दुनिया की जो। देखो बड़ी कम दी बात है गुरु सिखो। कहते मसीत दे विच बह के अगर कोई दुनिया दीयां गल्लां करे, दुनियादारां दीयां गल्लां करे, इबादत उसकी कबूल हरगिज़ ना हो। ओदी इबादत कीती हुई खुदा नूं कबूल नहीं होएगी। ते असीं दुनिया भर दी सियासत गुरुद्वारे च कर लैने वे। ਇੱਥੇ ਗੱਲਾਂ ਜਿਹੜੀਆਂ ਇੱਕ ਦੂਜੇ ਨੂੰ ਇੱਕ ਗਾਲਾਂ ਹੀ ਨਹੀਂ ਕੱਢਦੇ, ਬਾਕੀ ਦਾ ਕਸਰ ਕੋਈ ਨਹੀਂ ਰਹਿੰਦੀ। ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਹੈ, ਚਾਹੇ ਦੂਸਰੀਆਂ ਕਮੇਟੀਆਂ। ਇਹ ਗੱਲ ਜਿਹੜੀ ਹੈ ਗੁਰੂ ਦੇ ਨਾਨਕ ਕਹਿ ਕਰ ਕੇਵਲ ਨਾਮ। ਇੱਥੇ ਹੁਣ ਤੁਸੀਂ ਬੰਦਗੀ ਰੂਪ ਹੈ ਜਿਹੜੀ ਤੁਸੀਂ ਸੁਣ ਰਹੇ। ਗੁਰੂ ਨਾਨਕ ਦੀ ਸੰਗਤ ਇੱਕ ਦੂਜੇ ਦੀਆਂ ਗਾਲਾਂ ਸੁਣਨ ਵਾਸਤੇ ਨਹੀਂ ਆਉਂਦੀ, ਇੱਕ ਦੂਜੇ ਦੀ ਈਰਖਾਂ ਦੀਆਂ ਗੱਲਾਂ ਨਹੀਂ ਸੁਣਨ ਵਾਸਤੇ ਆਉਂਦੀ। ਬਾਹਰ ਜੋ ਮਰਜ਼ੀ ਕਰੋ, ਕਮ ਸੇ ਕਮ ਇੰਨੀ ਕੁ ਜਗ੍ਹਾ ਬਚਾ ਲਓ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਸੱਚ ਦੇ ਸਾਹਮਣੇ ਸੱਚ ਦੀ ਗੱਲ ਹੀ, ਇਹ ਸੱਚੀ ਅਦਾਲਤ ਹੈ। ਇੱਥੇ ਝੂਠ ਨਾ ਬੋਲਿਆ ਜਾਵੇ। ਇੱਥੇ ਕਿਸੇ ਨੂੰ ਈਰਖਾ 'ਚ, ਦਵੈਸ਼ ਵਿੱਚ, ਜੇ ਕਿਸੇ ਨਾਲ ਨਹੀਂ ਬਣਦੀ ਬਾਹਰ ਜੋ ਮਰਜ਼ੀ ਕਰੀ ਜਾਓ। ਪੈਸੇ ਤਾਂ ਗੁਰਸਿੱਖ ਬਾਹਰ ਵੀ ਆਪਣੀ ਸਮਬਿਰਤੀ ਰੱਖਦੇ, ਪਰ ਜੇ ਨਹੀਂ ਸਰਦਾ, ਪਰ ਥੋੜੀ ਜਿਹੀ ਜਗ੍ਹਾ ਇਹ ਪਵਿੱਤਰ ਹੈ, ਇਹਨੂੰ ਪਵਿੱਤਰ ਹੀ ਰਹਿਣ ਦਿੱਤਾ ਜਾਏ। ਹਾਂਜੀ, ਕੀ ਸ਼ਬਦ ਸੀ ਦੁਆਰੇ ਬੋਲਦੇ? ਹਰ ਭਗਤ ਕਰੈ ਵਿੱਚੋਂ ਆਪ ਗਵਾਵੇ। ਹਰੀ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਾਈ ਆਪਣਾ ਆਪਾ ਗਵਾ ਦਿੰਦੇ ਐ, ਆਪਣਾ ਜਣਾਉਂਦੇ ਨਹੀਂ ਹੈ। ਤੇ ਇਸ ਕਰਕੇ ਹੈ ਵੀ ਆਪ ਗਵਾਉਣ ਦੇ ਨਾਲ ਫਿਰ
ਵਿੱਚੋਂ ਆਪ ਗਵਾਵੈ। ਜਦੋਂ ਆਪਾ ਗਵਾ ਦਿੱਤਾ ਫਿਰ ਜਿਨ ਗੁਣ ਅਵਗੁਣ ਪਛਾਣੇ RAM। ਰਾਮ ਰਮੇ ਹੋਏ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਜਿਨ੍ਹਾਂ ਨੇ ਤੇ ਗੁਣ ਤਾਂ ਧਾਰਨ ਕਰ ਲਏ, ਸਤ ਸੰਤੋਖ ਦਇਆ ਧਰਮ ਵਿਚਾਰ, ਜਿਹੜੇ ਔਗਣ ਸੀ ਇਹਨਾਂ ਦੀ ਪਛਾਣ ਕਰ ਲਈ। ਮੈਨੂੰ ਇੱਕ ਵਾਰੀ ਗਿਆਨੀ ਹਰਦੀਪ ਸਿੰਘ ਜੀ ਕੋਲੋਂ ਚਲੇ ਗਏ ਸੰਸਾਰ ਤੋਂ, ਇੱਥੇ ਬਹੁਤ ਵਿਚਰਦੇ ਸੀ ਇੰਗਲੈਂਡ ਤੋਂ, 12 ਸਾਲ ਉੱਥੇ ਮੁੱਖ ਗ੍ਰੰਥੀ ਸਿੰਘ ਸਾਹਿਬਾਨ ਰਹੇ ਤਖਤ ਸਾਹਿਬ ਦੇ ਉੱਤੇ। ਉਹ ਮੈਨੂੰ ਕਹਿੰਦੇ ਇੱਕ ਦਿਨ, ਕਹਿੰਦੇ ਬਾਬਾ ਜੀ ਮੈਨੂੰ ਤਾਂ ਕਹਿੰਦੇ ਹੁਣ ਇੱਕ ਦਿਨ ਪਤਾ ਲੱਗਿਆ, ਉਹ ਜਿੰਨਾ ਆਪਣੇ ਆਪ ਦੇ ਲਈ ਅਪਮਾਨਜਨਕ ਗੱਲਾਂ ਕਹਿ ਰਹੇ, ਦੂਸਰੇ ਦਾ ਅਪਮਾਨ ਕਦੀ ਵੀ ਨਹੀਂ ਸੀ ਕਰਦੇ। ਕਹਿੰਦੇ ਮੈਨੂੰ ਹੁਣ ਪਤਾ ਲੱਗਿਆ ਵੀ ਮੇਰੇ 'ਚ ਤਾਂ ਪੰਜੇ ਪੂਰੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੁਣ ਮੈਨੂੰ ਕਹਿੰਦੇ ਮਹਿਸੂਸ ਹੋਇਆ ਵੀ ਮੇਰੇ 'ਚ ਲਾਲਚ ਵੀ ਹੈ, ਮੇਰੇ 'ਚ ਆ ਵੀ ਆ। ਵੀ ਸ਼ੁਕਰ ਹੈ ਵੀ ਕੋਈ ਤਾਂ ਕਿਸੇ ਨੇ ਤਾਂ ਇਕਬਾਲ ਕੀਤਾ ਵੀ ਮੈਂ ਐਸਾ ਹਾਂ, ਨਹੀਂ ਤਾਂ ਕਹਿੰਦੇ ਮੇਰੇ ਵਰਗਾ ਚੰਗਾ ਕੌਣ। ਤੋ ਇਸ ਕਰਕੇ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ, ਉਹ ਤਾਂ ਨੇੜੇ ਤੇੜੇ ਵੀ ਨਹੀਂ ਹੁੰਦੀ। ਤੋ ਇਸ ਕਰਕੇ ਫਿਰ ਉਹ ਔਗਣਾਂ ਦੀ ਪਛਾਣ ਕਰ ਲੈਣੀ ਕਿ ਮੇਰੇ ਵਿੱਚ ਜੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਪਹਿਲਾਂ ਤਾਂ ਪਛਾਣ ਕਰੋ। ਪਛਾਣ ਕਰਕੇ ਫਿਰ ਦੁਸ਼ਮਣ ਨੂੰ ਵਿਉਂਤ ਨਾਲ ਮਾਰੀਦਾ। ਕਾਮ ਨੂੰ ਵਸਤ ਵਿਚਾਰ ਨਾਲ ਮਾਰਨਾ, ਕ੍ਰੋਧ ਨੂੰ ਖਿਮਾ ਦੇ ਨਾਲ ਮਾਰਨਾ, ਲੋਭ ਨੂੰ ਸੰਤੋਖ ਦੇ ਨਾਲ ਮਾਰਨਾ, ਤੇ ਮੋਹ ਨੂੰ ਵਿਵੇਕ ਦੇ ਨਾਲ ਮਾਰਨਾ, ਤੇ ਅਹੰਕਾਰ ਨੂੰ ਖਿਮਾ ਦੇ ਨਾਲ। ਇਤਿਆਦਿਕ ਇਹ ਜਿਹੜਾ ਹੰਕਾਰ ਨੂੰ ਅਸਲ ਦੇ ਵਿੱਚ ਨਾਮ ਹੀ ਮਾਰਦਾ, ਨਾਮ ਦੇ ਵਿੱਚ ਸ਼ਕਤੀ ਹੈ। ਤੇ ਇਉਂ ਔਗਣਾਂ ਦੀ ਪਛਾਣ ਕਰ ਲੈਂਦੇ ਆ। ਫਿਰ ਗੁਣ ਔਗਣ ਪਛਾਣੇ ਹਰ ਨਾਮ ਵਖਾਣੈ। ਜਿਹੜਾ ਹਰੀ ਪਰਮੇਸ਼ਰ ਦੇ ਨਾਮ ਦਾ ਵਿਖਿਆਨ ਕਰਦਾ ਤੇ ਸ਼ੁਭ ਗੁਣਾਂ ਨੂੰ ਬਾਣੀ ਦੁਆਰਾ ਪਛਾਣ ਲੈਂਦਾ ਹੈ ਕਿ ਇਹ ਗੁਣ ਧਾਰਨ ਕਰਨ ਵਾਲੇ ਨੇ, ਤੇ ਔਗਣਾਂ ਦੀ ਪਛਾਣ ਕਰ ਲੈਂਦਾ ਵੀ ਇਹ ਤਿਆਗਣ ਵਾਲੇ ਨੇ। ਜੇ ਆਪ ਨਹੀਂ ਤਿਆਗੇ ਜਾਂਦੇ ਤਾਂ ਫਿਰ ਸਹਾਇਤਾ ਗੁਰੂ ਮਹਾਰਾਜ ਤੋਂ ਲੈਂਦਾ ਹੈ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤਿਗੁਰੂ ਮੇਰੀ ਰੱਖਿਆ ਕਰ। ਤੇ ਇਉਂ ਫਿਰ ਬੇਨਤੀ ਕਰੇ। ਔਗਣ ਫਿਰ ਇਹਨਾਂ ਦੀ ਪਛਾਣ ਕਰਦਾ ਹੈ। ਮੈਂ ਭਗਤ ਮਿੱਠੇ ਲਾਗੇ, ਪ੍ਰੇਮਾ ਭਗਤੀ ਉਹਨਾਂ ਨੂੰ ਭਾਈ ਮਿੱਠੀ ਪਿਆਰੀ ਲੱਗਦੀ ਹੈ। ਤੇ ਕਿਉਂਕਿ ਨਾਮ ਪਰਮੇਸ਼ਰ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਉਹਨਾਂ ਨੂੰ ਮਿੱਠਾ ਲੱਗਣ ਲੱਗਾ। ਸਭੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ। ਸਾਧ ਆਇਆ ਜਿਨ ਭਗਤ ਜਨਾ, ਉਹਨਾਂ ਨੂੰ ਆਇਆ ਜਿਨ੍ਹਾਂ ਨੇ ਚੱਕ ਕੇ ਉਹਨੂੰ ਦੇਖਣਾ ਕੀਤਾ ਹੈ। ਇਉਂ ਫਰਮਾਨ ਕਰਦੇ ਜੀ। ਆਂਦਨ ਭਗਤ ਕਰੈ ਦਿਨ ਰਾਤੇ। ਹੁਣ ਦੇਖੋ ਇਹ ਕੁੰਡੀਆਂ ਨੇ, ਅਨ ਦਿਨ ਆ ਗਿਆ ਤੇ ਮੁੜ ਕੇ ਦਿਨ ਰਾਤ ਆ ਗਿਆ। ਹੁਣ ਅਨ ਦਿਨ ਵੀ ਦਿਨ ਰਾਤ ਨੂੰ ਕਹਿੰਦੇ ਨੇ, ਅੱਗੇ ਵੀ ਦਿਨ ਰਾਤ ਪਿਆ। ਜੇ ਇਹ ਸ਼ਬਦ ਜਿਹੜਾ ਹੈ ਇਹਦਾ ਇੱਕੋ ਹੀ ਅਰਥ ਕਰ ਲਈਏ ਤਾਂ ਫਿਰ ਸਾਧ ਸੰਗਿਓ ਬਾਤ ਬਣਦੀ ਨੂੰ ਇਹਨੂੰ ਅਤੀ ਵਿਆਪਤੀ ਦੋਸ਼ ਕਹਿਣਗੇ। ਜਿਹੜੇ ਦੂਸਰੇ ਵਿਦਵਾਨ ਦੂਸਰਿਆਂ ਮਤਾਂ ਦੇ ਨੇ ਕਹਿਣ ਲੱਗੇ ਸਿੱਖ ਕਿਹੋ ਜਿਹੀ ਕਥਾ ਕਰੀ ਜਾਂਦੇ, ਇਹਨਾਂ ਨੂੰ ਅਤੀ ਵਿਆਪਤੀ ਦੋਸ਼ ਦਾ ਵੀ ਗਿਆਨ ਨਹੀਂ ਹੈ। ਇਹ ਕਥਾ 'ਚ ਦੋਸ਼ ਆ ਗਿਆ। ਜਦੋਂ ਇਹਦਾ ਅਰਥ ਅਲੱਗ ਕਰ ਦਿੱਤਾ ਫਿਰ ਦੋਸ਼ ਹੋ ਨਹੀਂ ਹੁੰਦਾ। ਅਤੀ ਵਿਆਪਤੀ ਦੋਸ਼ ਨੇੜੇ ਤੇੜੇ ਵੀ ਨਹੀਂ ਆਊਗਾ। ਇਸ ਕਰਕੇ ਇਹਦਾ ਅਨ ਦਿਨ ਦਾ ਅਰਥ ਪਹਿਲੇ ਦਾ ਕੀਤਾ ਜਾਂਦਾ ਹੈ ਸੰਪਰਦਾ ਇੱਕ ਰਸ। ਅਨ ਦਿਨ ਇੱਕ ਰਸ ਭਗਤ ਕਰੇ, ਇੱਕ ਰਸ ਭਗਤੀ ਕਰਦੇ ਹੈ। ਅਨ ਦਿਨ ਭਗਤ ਕਰੇ ਦਿਨ ਰਾਤੀ, ਇੱਕ ਰਸ ਭਗਤੀ ਰਾਤ ਦਿਨ ਕਰਦੇ। ਚਲੋ ਦੋਨੇ ਦੇ ਅਰਥ ਹੋ ਗਏ। ਦੂਸਰਾ ਅਰਥ ਦਾ ਐਸਾ ਵੀ ਹੈ ਕਿ ਇੱਕ ਰਸ ਭਗਤੀ ਕਰਨ ਦੇ ਨਾਲ ਤੇ ਉਹਨਾਂ ਨੂੰ ਅਨ ਦਿਨ ਦਿਨ ਰਾਤ ਭਗਤੀ ਕਰਦੇ ਹੈ ਤਾਂ ਫਿਰ ਕੀ ਹੁੰਦਾ ਹੈ? ਉਹਨਾਂ ਨੂੰ ਸਾਧ ਸੰਗਤ ਜੀ ਫਿਰ ਅਵਿਦਿਆ ਰੂਪੀ ਰਾਤੀ ਰਾਤ ਤੋਂ ਗਿਆਨ ਰੂਪੀ ਦਿਨ ਚੜ ਜਾਂਦਾ ਹੈ। ਦੂਜਾ ਅਰਥ ਇਹ ਬਣ ਜਾਂਦਾ ਇਸ ਦਾ। ਅੱਗੇ ਫਰਮਾਨ ਕਰਦੇ ਹਨ ਜੀ। ਘਰ ਹੀ ਮੈਂ ਬੈਰਾਗੇ। ਆਪਣੇ ਪ੍ਰਤੱਖ ਘਰਾਂ ਵਿੱਚ ਰਹਿੰਦੇ ਹੋਏ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਹੁੰਦਾ ਸੀ। ਤੇ ਇਸ ਪ੍ਰਕਾਰ ਵੀ ਘਰ ਦੇ ਵਿੱਚ ਰਹਿੰਦੇ ਹੋਏ ਵੀ ਤਿਆਗੀ ਬਣ ਕੇ ਰਹਿੰਦੇ ਹੈ, ਬੈਰਾਗੀ ਬਣ ਕੇ ਰਹਿੰਦੇ ਹੈ, ਅਪਰਾਮ ਰਹਿੰਦੇ ਆ ਵੀ ਸੰਸਾਰ ਨਾਸਮਾਨ ਹੈ, ਰਹਿਣਾ ਵੀ ਗ੍ਰਸਤ ਵਿੱਚ ਖਚਤ ਨਹੀਂ ਹੁੰਦੇ। ਤੇ ਘਰ ਅੰਤਿਸ਼ ਕਰਨ ਦਾ ਨਾਮ ਨਹੀਂ। ਅੰਤਿਸ਼ ਕਰਨ ਦੇ ਮਹਿ ਵਿੱਚ ਤੇ ਉਹ ਬੈਰਾਗੀ ਬੈਰਾਗ ਧਾਰਨ ਕਰਕੇ ਹਰ ਵੇਲੇ
ਤੇ ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਉਹ ਪਰਮਾਤਮਾ ਦੀ ਬੰਦਗੀ ਕਰਦੇ ਰਹਿੰਦੇ। ਤੇ ਘਰ ਹੀ ਮਾਹੇ, ਘਰ ਹਿਰਦੇ ਦੇ ਵਿੱਚ ਉਹਨਾਂ ਦੇ ਰਾਤ ਦਿਨ ਫਿਰ ਕੀ ਹੁੰਦਾ ਹੈ, ਬੈਰਾਗ ਰੂਪੀ ਚੰਦਰਮਾ ਚੜਿਆ ਰਹਿੰਦਾ। ਚੰਦਰਮਾ ਦੇ ਵਿੱਚ ਠੰਡ ਅਤੇ ਰਸ ਹੈ, ਮਿੱਠਾ ਮਿੱਠਾ ਰਸ ਹੈ। ਬੈਰਾਗ ਦੇ ਵਿੱਚ ਵੀ ਮਿੱਠਾ ਮਿੱਠਾ ਰਸ ਹੈ। ਉਹਨਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਬੈਰਾਗ ਰੂਪੀ ਚੰਦਰਮਾ ਜਿਹੜਾ ਹੈ ਉਹ ਚੜਿਆ ਰਹਿੰਦਾ ਹੈ। ਘਰ ਇੱਥੇ ਹਿਰਦੇ ਦਾ ਭਾਵ ਸਮਝਣਾ। ਹਾਂਜੀ ਅੱਗੇ ਚਲੋ। ਭਗਤੀ ਰਾਤੇ ਸਦਾ ਮਨ ਨਿਰਮਲ। ਭਗਤੀ ਕਰਨ ਵਾਲੇ ਜਿਹੜੇ ਭਾਈ ਭਗਤੀ ਦੇ ਵਿੱਚ ਰਾਤੇ ਰੰਗੇ ਗਏ ਨੇ, ਜਿਹੜੇ ਜਿਨ੍ਹਾਂ ਦਾ ਮਨ ਉਹ ਮੈਲ ਤੋਂ ਰਹਿਤ ਹੋ ਗਏ ਨਾ। ਭਗਤੀ ਰਾਤੇ ਸਦਾ ਮਨ ਨਿਰਮਲ, ਉਹਨਾਂ ਦਾ ਸਦਾ ਹਮੇਸ਼ਾ ਹੀ ਮਨ ਸੁਧ ਰਹਿੰਦਾ ਹੈ। ਹਰ ਜੀਉ ਵੇਖੈ ਸਦਾ ਨਾਲੇ। ਉਹ ਫਿਰ ਵਾਹਿਗੁਰੂ ਨੂੰ ਨਾਲ ਹੀ ਦੇਖਦੇ ਆ ਹਰ ਵੇਲੇ। ਹੁਣ ਜਦੋਂ ਪਰਮਾਤਮਾ ਨੂੰ ਹਰ ਵਕਤ ਨਾਲ ਖੜਾ ਵੇਖ ਲਿਆ ਤਾਂ ਗਲਤੀ ਕਰ ਹੀ ਨਹੀਂ ਸਕਦਾ। ਉਹ ਇੱਕ ਮਹਾਤਮਾ ਦੇ ਕੋਲ 2 ਸ਼ਿਸ਼ ਆਏ, ਉਹਨਾਂ ਨੇ ਦੇਖ ਲਿਆ ਵੀ ਤਿਆਗੀ ਮਹਾਤਮਾ ਸੀ, ਉਹ ਨੇੜੇ ਨਹੀਂ ਸੀ ਛੇਤੀ ਲੱਗਣ ਦੇ ਕਿਸੇ ਨੂੰ। ਉਹ 2 ਆਏ ਕਹਿਣ ਕਿ ਮਹਾਰਾਜ ਸ਼ਿਸ਼ ਬਣਾ ਲਓ। ਉਹ ਕਹਿੰਦੇ ਭਾਈ ਮੇਰੀ ਪਰਖਣਾ ਜਿਹੜੀ ਹੈ ਉਹਦੇ ਪੂਰੇ ਉਤਰੋਂਗੇ, ਮੈਂ ਬਣਾ ਲਊਂਗਾ। ਵੀ ਇਸ ਤਰ੍ਹਾਂ ਦਾ ਮੈਂ ਜਣੇ ਖਣੇ ਨੂੰ ਸ਼ਿਸ਼ ਨਹੀਂ ਬਣਾ, ਸਾਧੂ ਨਹੀਂ ਸੀ ਬਣਾਇਆ ਕਰ। ਆ ਪਰੰਪਰਾ ਸਾਰੀਆਂ ਖੂਹ ਖਾਤੇ ਜਾਟ ਗਈਆਂ। 12-12 ਸਾਲ ਪਰਖਣਾ ਕਰਦੇ ਸੀ ਸਾਧੂ, ਫਿਰ ਸਾਧੂ ਦਾ ਲਿਬਾਸ ਦਿੰਦੇ ਸੀ 12ਵੇਂ ਸਾਲ, ਉਹ ਵੀ ਜੇ ਪਾਸ ਹੋ ਜਾਏ। ਪਰਖਣਾ ਕੀ ਸੀ? ਮੰਗਣ ਵਾਸਤੇ ਨਹੀਂ ਸੀ, ਆਦਤ ਪਾਉਣ ਵਾਸਤੇ, ਗਜਾ ਕਰਨ ਵਾਸਤੇ ਜਾਣ। ਇੱਕ ਤਰੀਕਾ ਸੀ ਪਰਖਣਾ ਦਾ। ਆਪਣੇ ਗ੍ਰਸਤੀ ਪਰਿਵਾਰਾਂ ਨੂੰ ਕਹਿ ਦੇਣਾ ਵੀ ਮੇਰਾ ਸ਼ਿਸ਼ ਆਊਗਾ ਤੁਹਾਡੇ ਕੋਲ ਗਜਾ ਕਰਨ ਵਾਸਤੇ, ਤੁਸੀਂ ਉਹਦੀ ਰਿਪੋਰਟ ਤਿਆਰ ਕਰਦੇ ਰਹਿਣਾ ਵੀ ਉਹ ਤੁਹਾਡੀਆਂ ਧੀਆਂ ਭੈਣਾਂ ਕੰਨੀ ਦੇਖਦਾ ਕਿ ਜਾਂ ਫਿਰ ਨੇਤਰ ਨੀਵੇਂ ਕਰਕੇ ਰੱਖਦਾ। ਜੇ ਤਾਂ 12 ਸਾਲ ਕਿਸੇ ਦੀ ਧੀ ਭੈਣ ਕੰਨੀ ਨੂੰ ਨਹੀਂ ਦੇਖਿਆ, 12 ਸਾਲ ਰਸਤੇ 'ਚ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕੀਤੀ ਤੇ ਨਾ ਕਿਸੇ ਦੀਆਂ ਗੱਲਾਂ ਉਹਨੇ ਸੁਣੀਆਂ, ਫਿਰ 12ਵੇਂ ਸਾਲ ਕਹਿੰਦੇ ਹੁਣ ਤੂੰ ਸਾਧ ਬਣ ਗਿਆ, ਸਾਧ ਦਾ ਲਿਬਾਸ ਧਾਰਨ ਕਰ ਲੈ। ਹੁਣ ਤਾਂ ਅੱਜ ਆਇਆ ਸੰਤ ਕੋਲ, ਕੱਲ ਨੂੰ ਚੋਲਾ ਪਾਇਆ ਹੁੰਦਾ। ਹੁਣ ਨਹੀਂ ਕੋਈ ਬਹੁਤਾ ਫਰਕ। ਇਸ ਕਰਕੇ ਇਹ ਪਰਖਣਾ ਕਰਦੇ। ਉਹ ਮਹਾਤਮਾ ਕਹਿੰਦੇ ਵੀ ਪਰਖਣਾ ਹੋਊਗੀ, ਜੇ ਤੂੰ ਪਾਸ ਹੋ ਗਿਆ ਰੱਖ ਲੈ। ਠੀਕ ਹੈ, ਰੱਖੇ। ਇੱਕ ਦਿਨ ਮਹਾਤਮਾ ਕਹਿੰਦੇ ਆ 2 ਕਬੂਤਰ ਹੈ ਮੇਰੇ ਕੋਲ, ਆ ਕਬੂਤਰ ਲੈ ਜਾ ਇਹਨੂੰ। ਇੱਕ ਨੂੰ ਕਹਿੰਦੇ ਵੀ ਇਹਨੂੰ ਮਾਰ ਕੇ ਲਿਆ, ਇਹ ਮੇਰਾ ਮਾਸ ਖਾਣ ਨੂੰ ਜੀ ਕਰਦਾ। ਕਹਿੰਦਾ ਹੈ ਇਹ ਤੁਹਾਡਾ ਜੀ ਕਰਦਾ ਮਾਸ ਖਾਣ? ਕਹਿੰਦੇ ਤੂੰ ਬਚਨ ਮੰਨ। ਉਹ ਪਹਿਲਾਂ ਤਾਂ ਜਿਹੜਾ ਰਸਤੇ 'ਚ ਮਿਲੇ ਕਹਿੰਦੇ ਲਓ ਜੀ ਸਾਡੇ ਤਾਂ ਸੰਤ ਦਾ ਦਿਮਾਗ ਹਿੱਲ ਗਿਆ। ਕਹਿੰਦਾ ਸਾਨੂੰ ਕਹਿੰਦਾ ਹੁੰਦਾ ਸੀ ਮਾਸ ਨਹੀਂ ਖਾਣਾ ਚਾਹੀਦਾ। ਇਹ ਕਹਿੰਦਾ ਆਖੇ ਕਬੂਤਰ ਮਾਰ ਕੇ ਲਿਆ। ਮੈਂ ਚੱਲਿਆ ਹੁਣ ਸੰਤਾਂ ਵਾਸਤੇ ਅੱਜ ਬਣਾਵਾਂਗੇ। ਚਲੋ ਜੀ, ਰਸਤੇ 'ਚ ਵੀ ਨਿੰਦਾ ਕਰਦਾ ਗਿਆ ਜਾ ਕੇ ਗਰਦਨ ਮਰੋੜੀ ਫਟਾਫਟ ਮਾਰ ਕੇ ਕਹਿੰਦਾ ਲਓ ਜੀ। ਸੰਤ ਕਹਿੰਦੇ ਮੇਰਾ ਨਿਯਮ ਸੀ ਇੱਕ, ਉਹ ਵੀ ਪਾਲਿਆ? ਕਹਿੰਦਾ ਪਾਲਿਆ ਜੀ। ਨਿਯਮ ਇਸ ਵੀ ਉੱਥੇ ਮਾਰਨਾ ਜਿੱਥੇ ਕੋਈ ਨਾ ਦੇਖਦਾ ਹੋ। ਕਹਿੰਦਾ ਜੀ ਕੋਈ ਨਹੀਂ ਸੀ ਦੇਖਦਾ, ਕੋਈ। ਦੂਜਾ ਜਿਹੜਾ ਸੀ ਉਹ ਗਿਆ ਤੇ ਕਬੂਤਰ ਜਿਉਂਦਾ ਲੈ ਕੇ ਵਾਪਸ ਆ ਗਿਆ। ਕਹਿੰਦੇ ਵੀ ਕਬੂਤਰ ਮਾਰ ਕੇ ਨਹੀਂ ਲਿਆਇਆ। ਕਹਿੰਦੇ ਜੀ ਤੁਹਾਡੀ ਜਿਹੜੀ ਪਾਬੰਦੀ ਹੈ ਇਹ ਇੰਨੀ ਕਰੜੀ ਸੀ ਵੀ ਮੇਰੇ ਤੋਂ ਤਾਂ ਪੂਰੀ ਨਹੀਂ ਹੋਈ ਹੈ। ਕਿਉਂ? ਕਹਿੰਦਾ ਜੀ ਦੇਖੋ ਵੀ ਤੁਸੀਂ ਕਿਹਾ ਵੀ ਜਿੱਥੇ ਕੋਈ ਨਾ ਦੇਖਦਾ। ਕਹਿੰਦਾ ਵੀ ਮੈਂ ਜੰਗਲ ਚਲਿਆ ਗਿਆ, ਉੱਥੇ ਮਨੁੱਖ ਦਾ ਕੋਈ ਨਹੀਂ ਸੀ ਦੇਖਦਾ। ਜਦ ਮੈਂ ਲੱਗਿਆ ਮਾਰਨ, ਉੱਥੇ ਜਾਨਵਰ ਕੰਨੀ ਨੂੰ ਦੇਖੀ ਜਾਣ। ਕਹਿੰਦਾ ਮੈਂ ਕਿਹਾ ਵੀ ਸੰਤਾਂ ਨੇ ਤਾਂ ਕੋਈ ਵੀ ਨਾ ਦੇਖਦਾ ਹੋਵੇ, ਜਾਨਵਰ ਦੇਖ ਰਹੇ। ਕਹਿੰਦਾ ਜੀ ਫਿਰ ਮੈਂ ਹੋਰ ਗਾਹਾਂ ਚਲਿਆ ਗਿਆ। ਅੱਗੇ ਚੱਲ ਕੇ ਜਿੱਥੇ ਕੋਈ ਜਾਨਵਰ ਨਹੀਂ ਸੀ ਉੱਥੇ ਲੱਗਿਆ ਮਰਨ। ਕਹਿੰਦਾ ਜਾਨਵਰ ਮੇਰੇ ਕੰਨੀ, ਕਬੂਤਰੇ ਮੇਰੇ ਕੰਨੀ ਦੇਖੀ ਜਾਵੇ। ਕਹਿੰਦਾ ਮੈਂ ਕਿਹਾ ਓਹੋ, ਸੰਤਾਂ ਨੇ ਕਿਹਾ ਜਿੱਥੇ ਕੋਈ ਨਾ ਦੇਖਦਾ ਹੋਵੇ। ਕਹਿੰਦਾ ਜੀ ਮੈਂ ਕਬੂਤਰ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨਤੀ ਵੀ ਇਹ ਦੇਖਣ ਤੇ ਹਟ ਜਾ ਮੇਰੇ ਕੰਨੀ। ਫਿਰ ਕਹਿੰਦਾ ਵੀ ਜਦ ਮੇਰੀਆਂ ਅੱਖਾਂ ਉਹਨੂੰ ਦੇਖ ਰਹੀਆਂ ਸੀ, ਸੰਤਾਂ ਨੇ ਕਿਹਾ ਕੋਈ ਨਾ ਦੇਖਦਾ, ਮੈਂ ਹੀ ਦੇਖ ਰਿਹਾ। ਕਹਿੰਦਾ ਮੈਂ ਆਪਣੀ ਅੱਖਾਂ ਤੇ ਵੀ ਪੱਟੀ ਬੰਨ ਲਈ। ਕਹਿੰਦਾ ਜਦ ਮੈਂ ਲੱਗਿਆ ਗਰਦਨ ਮਰੋੜਨਾ, ਮੇਰੇ ਅੰਦਰੋਂ ਆਵਾਜ਼ ਆਈ ਉਹ ਕਮਲਿਆ ਰੱਬ ਤਾਂ ਸਾਰੀ ਜਗ੍ਹਾ ਹੀ ਦੇਖਦਾ ਹੈ। ਕਹਿੰਦਾ ਮੈਂ ਕਿਹਾ ਓਹੋ ਵੀ ਇਹ ਸੰਤ ਚੇਲਾ ਬਣਾਉਣ ਨਾ ਬਣਾਉਣ ਵੀ ਆਪਾਂ ਇਹ ਤਾਂ ਸ਼ਰਤ ਨਹੀਂ ਪੂਰੀ ਕਰ, ਝੂਠ ਨਹੀਂ ਬੋਲਣਾ। ਕਹਿੰਦਾ ਮਹਾਰਾਜ ਆਪ ਸੰਭੋ ਕਬੂਤਰ, ਸ਼ੇਸ਼ ਬਣਾਓ ਨਾ ਬਣਾਓ ਪਰ ਮੈਂ ਝੂਠ ਨਹੀਂ ਬੋਲਣਾ। ਉਹਨੂੰ ਦੂਜੇ ਨੂੰ ਕਹਿੰਦੇ ਨਿਕਲ ਜਾ ਡੇਰੇ ਤੋਂ ਬਾਹਰ, ਮੈਂ ਲੋਕਾਂ ਨੂੰ ਹਟਾਉਣਾ ਮਾਸ ਖਾਣ ਤੋਂ। ਕਹਿੰਦੇ ਉਹ ਅੱਜ ਦਾ ਕਬੂਤਰ ਦੀ ਗਰਦਨ ਮਰੋੜੀ ਆ, ਕੱਲ ਨੂੰ ਡੇਰੇ ਪਿੱਛੇ ਮੇਰੀ ਵੀ ਮਰੋੜੇਗਾ, ਚਲੇ ਜਾ ਇੱਥੋਂ ਤੋਂ, ਦਫਾ ਹੋ। ਦੂਜੇ ਨੂੰ ਕਹਿੰਦਾ ਵੀ ਤੂੰ ਰਹਿ ਜਾ। ਕਹਿਣ ਤੋਂ ਭਾਵ ਸੰਤਾਂ ਨੇ ਇਹ ਪਰਖਣਾ ਸੀ ਕਿ ਜੇ ਰੱਬ ਨੂੰ ਸਾਰੀ ਜਗ੍ਹਾ ਦੇਖਦਾ ਹੋਇਆ ਤਾਂ ਗਲਤੀ ਨਹੀਂ ਕਰੂਗਾ ਕੋਈ।
ਉਹ ਕਬੂਤਰ ਮਾਰਨ ਦੀ ਗਲਤੀ ਕੀਤੀ ਨਹੀਂ ਉਹਨੇ। ਇੱਕ ਸਮਝਾਉਣ ਵਾਸਤੇ ਅਸੀਂ ਵਿਆਖਿਆ ਨੇ। ਇਸ ਕਰਕੇ ਜਿਨ੍ਹਾਂ ਨੇ ਹਾਜ਼ਰ ਮੰਨ ਲਿਆ ਉਹ ਫਿਰ ਵੀ ਵਾਹਿਗੁਰੂ ਨਾਲ ਹੈ ਹਮੇਸ਼ਾ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਗੁਰਸਿੱਖ ਕਿਵੇਂ ਪਾਪ ਕਰ ਲੂਗੇ ਜਿਹੜਾ ਕਹਿੰਦਾ ਗੁਰੂ ਮੇਰੇ ਨਾਲ ਹੀ ਅੰਗ ਸੰਗ। ਕਕਾਰਾਂ ਰੂਪ ਦੇ ਵਿੱਚ ਮੇਰਾ ਗੁਰੂ ਗੋਬਿੰਦ ਸਿੰਘ ਆ, ਉਹਨੇ 5 ਕਕਾਰ ਦਿੱਤੇ ਮੈਨੂੰ। ਮੈਂ ਕਿਵੇਂ ਗਲਤੀ ਕਰੂੰ? ਮੇਰੇ ਹੱਥ ਨੂੰ ਤਾਂ ਹੱਥਕੜੀ ਲੱਗੀ ਹੋਈ ਆ ਕੜੇ ਦੀ। ਮੈਂ ਗਲਤ ਸਹਿਣ ਨਹੀਂ ਕਰ ਸਕਦਾ। ਮੈਂ ਗਲਤ ਕਿਸੇ ਨੂੰ ਜਿਹੜਾ ਪਰਾਏ ਤਨ ਤੇ ਧਨ ਨੂੰ ਹੱਥ ਨਹੀਂ ਪਾ ਸਕਦਾ। ਕਸ਼ਹਿਰਾ ਮੇਰੇ ਪਾਇਆ ਜਤ ਸਾਧ ਦੀ ਨਿਸ਼ਾਨੀ ਹੈ। ਮੈਂ ਪਰਾਏ ਸਰੀਰਾਂ ਦਾ ਸੰਗ ਨਹੀਂ ਕਰ ਸਕਦਾ। ਇਤਿਹਾਸ ਕਹੇ ਵੀ ਬੰਨਿਆ ਤਾਂ ਪਿਆ ਮੈਂ। ਜਿਹੜਾ ਕੈਦੀ ਪੈਰਾਂ ਦੇ ਵਿੱਚ ਤਾਂ ਸੰਗਲ ਪਾਇਆ ਹੋਵੇ, ਭਲਾ ਹੱਥਾਂ 'ਚ ਹੱਥਕੜੀਆਂ ਲੱਗੀਆਂ ਹੋਣ, ਉਹ ਕੀ ਕਰ ਲੂਗਾ? ਡਾਕਾ ਮਾਰ ਲੂਗਾ। ਗੁਰਸਿੱਖ ਨੂੰ ਤਾਂ ਬੰਨਿਆ ਤਾਂ ਪਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਚਲੋ ਜੇ ਸੰਗਲ ਤਲਾ ਕੇ ਕਰਦਾ ਫਿਰ ਉਹਦੀ ਮਰਜ਼ੀ ਹੈ, ਫਿਰ ਤਾਂ ਪਾਗਲ ਹੋਇਆ ਵਾ ਹੋਊਗਾ। ਜਦੋਂ ਸੰਗਲ ਤੋੜ ਦਿੱਤੇ ਫਿਰ ਪਾਗਲ ਹੋਊਗਾ ਨਾ। ਤੋ ਇਸ ਪ੍ਰਕਾਰ ਹੈ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਹੀ ਦੇਖਿਆ ਉਹ ਕਦੇ ਗਲਤੀ ਨਹੀਂ ਕਰਦੇ ਹਨ। ਫਿਰ ਨਾਨਕ ਸੇ ਭਗਤ ਹਰ ਕੈ ਦਰ ਸਾਚੇ, ਉਹ ਵਾਹਿਗੁਰੂ ਦੇ ਦਰ ਤੇ ਸਦਾ ਭਗਤ ਸੱਚੇ ਜਾਣੇ ਜਾਂਦੇ ਹਨ। ਜੇ ਦਿਨ ਨਾਮ ਸੰਭਾਲੇ, ਜਿਨ੍ਹਾਂ ਨੇ ਹਰੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸੰਭਾਲ ਕੀਤੀ ਅੰਤਿਸ਼ਕਰਨ ਵਿੱਚ। ਮਨਮੁਖ ਭਗਤ ਕਰੈ, ਮਨਮੁਖ ਭਗਤ ਕਰੈ ਬਿਨ ਸਤਿਗੁਰ। ਜਿਹੜੇ ਮਨਮੁਖ ਭਗਤੀ ਉਹ ਵੀ ਕਰਦੇ। ਕਿਵੇਂ? ਸਤਿਗੁਰੂ ਤੋਂ ਬਿਨਾਂ ਹੀ। ਕਈ ਕਹਿੰਦੇ ਜਦੋਂ ਚੰਗੇ ਕੰਮ ਕਰੋ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਸੱਚ ਬੋਲੋ ਤੇ ਠੀਕ ਹੈ, ਧਰਮ ਦੀ ਕਿਰਤ ਕਰੋ। ਆਹ ਨਵਾਂ ਹੀ ਕਰਵਾ ਚੱਲਿਆ ਹੋਇਆ ਕਹਿੰਦੇ। ਇਸ ਕਰਕੇ ਵੀ ਠੀਕ ਹੈ ਵੀ ਗੁਰੂ ਵਾਲੇ ਬਣਨ ਨੂੰ ਕੀ ਆ, ਬੰਦਾ ਚੰਗਾ ਬਣਨਾ ਚਾਹੀਦਾ ਹੈ ਤੇ ਧਰਮੀ ਦੀ ਕੀ ਬਾਤ ਹੈ? ਨਹੀਂ ਭਾਈ, ਐਸੀ ਜੀ ਮਨਮੁਖ ਭਗਤ ਕਰੇ ਬਿਨ ਸਤਿਗੁਰੂ। ਸਤਿਗੁਰੂ ਤੋਂ ਬਿਨਾਂ ਮਨਮੁਖ ਹਰ ਹਰ ਕਰਤ ਕੇ ਮੈਲ ਨਾ ਸਕੀ ਤੋਏ। ਠੀਕ ਹੈ, ਨਖਿੱਧ ਜਾਂ ਪ੍ਰਮਾਣ ਹੈ। ਮੇਰੀਆਂ ਧੀਆਂ ਬੈਠੀਆਂ ਨਾ ਤੇ ਪਰ ਬਚਨ ਐਸਾ ਹੈ ਕਰੇ ਬਿਨਾਂ ਸਰਬ ਨਹੀਂ ਸਕਦਾ। ਔਰਤ ਨੂੰ ਸੰਤਾਨ ਤਾਂ ਵਿਆਹ ਤੋਂ ਬਿਨਾਂ ਵੀ ਪੈਦਾ ਕਰ ਸਕਦੀ ਹੈ ਨਾ, ਕੋਈ ਰੋਕ ਤਾਂ ਨਹੀਂ ਸਕਦਾ। ਲੇਕਿਨ ਕੀ ਧਰਮ ਕਹੂਗਾ ਵੀ ਠੀਕ ਹੈ, ਸਮਾਜ ਕਹੂਗਾ ਵੀ ਠੀਕ ਕੀਤਾ ਇਸਨੇ। ਇਸੇ ਤਰ੍ਹਾਂ ਨਾਮ ਜਪਣ ਦੀ ਬਾਤ ਹੈ ਵੀ ਨਿਗੁਰਾ ਬੰਦਾ ਨਾਮ ਜਪ ਸਕਦਾ, ਪਰ ਹੈ ਇਸ ਤਰ੍ਹਾਂ ਜਿਵੇਂ ਕੁਆਰੀ ਲੜਕੀ ਨੇ ਅੱਗੇ ਸੰਤਾਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਨਿਖਦਾ ਹੈ ਨਹੀਂ। ਇਹ ਸਤਿਗੁਰੂ ਪਤੀ ਰੂਪ ਫਿਰ ਗਿਆਨ ਰੂਪੀ ਪੁੱਤਰ ਤਾਂ ਪੈਦਾ ਹੋਣਾ ਔਰ ਉਹ ਇੱਜ਼ਤ ਵਾਲਾ ਹੋਏਗਾ। ਨਹੀਂ ਬੇਸਵਾ ਪੂਤ ਨਿਨਾਉ, ਗੁਰਬਾਣੀ ਚ ਤਾਂ ਸਪਸ਼ਟ ਅੱਖਰ ਲਿਖੇ ਨੇ। ਬੇਸਵਾ ਦੇ ਵੀ ਬੱਚੇ ਤਾਂ ਜੰਮਦੇ ਆ, ਪਰ ਪਿਤਾ ਦਾ ਨਾਮ ਕੀ ਹੈ? ਕੋਈ ਵੀ ਨਹੀਂ। ਸੋ ਇਸ ਕਰਕੇ ਹੈ ਜਿਹੜੇ ਬਹੁਤ ਸਾਰੇ ਪਖੰਡੀਆਂ ਨੂੰ ਇਹ ਸਤਿਗੁਰੂ ਬਣਾਈ ਫਿਰਦੇ ਆ। ਸੱਚੇ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਮਨ ਭਗਤ ਕਰੇ ਬਿਨ ਸਤਿਗੁਰ। ਪਰ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਬਿਨ ਸਤਿਗੁਰ ਭਗਤ ਨ ਹੋਈ ਰਾਮ। ਰਾਮ ਰਮੇ ਹੋਏ ਸਤਿਗੁਰੂ ਮਹਾਰਾਜ ਉਹਦਾ ਰਮੇ ਹੋਏ ਪਰਮਾਤਮਾ ਦਾ ਰੂਪ ਨੇ। ਉਹਨਾਂ ਤੋਂ ਬਿਨਾਂ ਭਗਤੀ ਦੇ ਕਾਮਯਾਬੀ ਨਹੀਂ ਹੁੰਦੀ। ਸਤਿਗੁਰੂ ਨਾਨਕ ਕਿਰਪਾ ਕਰੇ ਤਾਂ ਭਗਤੀ ਦੇ ਕਾਮਯਾਬੀ ਮਿਲਦੀ ਹੈ। ਹਉਮੈ ਮਾਇਆ ਰੋਗ ਵਿਆਪੇ। ਹੰਗਤਾ ਮਮਤਾ ਦਾ ਰੋਗ ਸਾਰੀ ਦੁਨੀਆ ਨੂੰ ਵਿਆਪ ਰਿਹਾ ਹੈ। ਮਰ ਜਨਮੈ ਦੁਖ ਹੋਈ ਰਾਮ। ਰਾਮ ਹੈ ਭਾਈ, ਜਾਂ ਰਮੇ ਹੋਏ ਰਾਮ ਦੇ ਨਾਮ ਤੋਂ ਬਿਨਾਂ ਜੰਮਣ ਤੇ ਮਰਨ ਦਾ ਦੁੱਖ ਪ੍ਰਾਪਤ ਹੋ ਰਿਹਾ ਹੈ। ਮਰ ਜਨਮੈ ਦੁਖ ਹੋਈ ਦੂਜੇ ਭਾਏ ਪਰਜ ਵਿਗੋਈ। ਤੇ ਮਰੀ ਜਾਂਦੇ ਆ, ਜੰਮੀ ਜਾਂਦੇ ਆ ਤੇ ਇੱਜ਼ਤ ਗਵਾ ਲਈ ਹੈ। ਇਸ ਕਰਕੇ ਦੂਜੀ ਦਵੈਸ਼ ਭਾਵਨਾ ਦੇ ਵਿੱਚ ਲੱਗ ਕਰਕੇ ਇਹਨਾਂ ਨੇ ਆਪਣੀ ਇੱਜ਼ਤ ਬਰਬਾਦ ਕਰ ਲਈ ਹੈ। ਮਰ ਜਨਮੈ ਦੁੱਖ ਹੋਈ ਦੂਜੇ ਪਾਏ ਪਰਜ ਵਿਗੋਈ। ਇਸ ਕਰਕੇ ਫਿਰ ਵਿਗੋਚਾ ਹੀ ਵਿਗੋਚਾ ਹੈ ਤੇ ਇੱਥੇ ਵੀ ਤੇ ਪਰਲੋਕ ਦੇ ਵਿੱਚ ਵੀ। ਪਰ ਵਿਸ਼ੇਸ਼ ਕਰਕੇ ਜਾ ਜਨਮ ਲੈਂਦੇ ਆ ਤੇ ਵਿਗੋਚਾ ਹੁੰਦਾ ਹੈ। ਬਿਨ ਗੁਰ ਤਤ ਨ ਜਾਣਿਆ। ਗੁਰੂ ਤੋਂ ਬਿਨਾਂ ਤਤ ਸਿਧਾਂਤ ਨੂੰ ਪਰਮੇਸ਼ਰ ਸਿਧਾਂਤ ਰੂਪ ਪਰਮਾਤਮਾ ਨੂੰ ਨਹੀਂ ਜਾਣਿਆ। ਭਗਤ ਵਿਹੂਣਾ ਸਭ ਜਗ ਭਰਮਿਆ। ਭਗਤੀ ਤੋਂ ਵਿਹੂਣਾ ਖਾਲੀ ਸਾਰਾ ਜਗ ਭਰਮ ਦੇ ਵਿੱਚ ਹੈ, ਭੁਲੇਖੇ ਵਿੱਚ ਹੈ। ਅੰਤ ਗਿਆ ਪਛਤਾਨਿਆ। ਅੰਤ ਨੂੰ ਫਿਰ ਅਖੀਰ ਦੇ ਵੇਲੇ ਪਛਤਾਤਾਪ ਕਰਦਾ ਸੰਸਾਰ ਚੋਂ ਜਾਏਗਾ ਕਿ ਮੈਂ ਗੁਰੂ ਵਾਲਾ ਕਿਉਂ ਨਾ ਬਣਿਆ, ਮੈਂ ਅੰਮ੍ਰਿਤ ਕਿਉਂ ਨਾ ਛਕ ਲਿਆ, ਮੈਂ ਰਹਿਤ ਕਿਉਂ ਨਾ ਰੱਖ ਲਈ। ਫਿਰ ਹੁਣ ਸੁਣਿਆ ਕਿਆ ਰੂਆ ਹੈ, ਫਿਰ ਸੁਣਦਾ ਕੌਣ ਹੈ ਭਾਈ? ਜਮਾਂ ਦੀ ਮਾਰ ਪੈਂਦੀ ਹੈ, ਫਿਰ ਪਛਤਾਤਾਪ ਕਰਦਾ ਹੈ। ਹਾਏ ਹਾਏ ਇਹ ਸ਼ਬਦ ਦਿਨ ਰਾਤੀ ਕਰਦਾ ਫਿਰ। ਤੇ ਇਸ ਕਰਕੇ ਕਿਹਾ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ।
ਇਸ ਪ੍ਰਕਾਰ ਦੀ ਹੈ ਹੋਏਗੀ, ਪਰ ਫਿਰ ਪੱਲੇ ਕੁਛ ਨਹੀਂ ਪੈਂਦਾ। ਕੋੜ ਮਦੇ ਕਿਨੈ ਪਛਾਣਿਆ, ਕਰੋੜਾਂ ਦੇ ਮੱਧੇ ਵਿੱਚ ਕੋਈ ਇੱਕ ਹੈ ਜਿਹਨੇ ਆਪਣੀ ਆਤਮਾ ਨੂੰ ਬ੍ਰਹਮ ਰੂਪ ਕਰਕੇ ਪਛਾਣ ਲਿਆ ਹੈ। ਹਰ ਨਾਮਾ ਸੱਚ ਸੋਈ, ਤੇ ਉਹਨਾਂ ਨੇ ਦੇਖ ਲਿਆ ਵੀ ਸੱਚ ਪਰਮਾਤਮਾ ਦਾ ਨਾਮ ਹੈ, ਜਾਂ ਉਹ ਸੱਚ ਸਰੂਪ ਵਾਹਿਗੁਰੂ ਹੀ ਹੈ ਇੱਕ, ਤੇ ਉਹਦੇ ਨਾਲ ਜੁੜੇ ਰਹਿੰਦੇ ਨੇ। ਫਿਰ ਉਹ ਨਾਨਕ ਨਾਮ ਮਿਲੈ ਵਡਿਆਈ, ਪਰਮੇਸ਼ਰ ਦਾ ਜਿਹੜਾ ਨਾਮ ਜਪਣ ਵਾਲੇ ਹੈ ਉਹਨਾਂ ਨੂੰ ਸੱਚੀ ਵਡਿਆਈ ਮਿਲਦੀ ਹੈ। ਇਹ ਲੋਕ ਦੇ ਵਿੱਚ ਵੀ ਭੁੱਲੋ, ਉਹਨਾਂ ਨੂੰ ਨਹੀਂ ਚਾਹੀਦੀ, ਨਹੀਂ, ਰੱਬ ਨੂੰ ਚਾਹੀਦੀ ਹੈ ਕਿ ਮੇਰਾ ਨਾਮ ਜਪਦਾ ਪਰਮਾਤਮਾ ਉਹਨਾਂ ਦੀ ਵਡਿਆਈ ਕਰਾਉਂਦਾ। ਤੋ ਇਸ ਕਰਕੇ ਉਹਨਾਂ ਦੀ ਫਿਰ ਤਿਨਕੀ ਸੋਭਾ ਸਭਨੀ ਥਾਈ, ਉਹ ਸਾਰੀ ਜਗ੍ਹਾ ਹੀ ਸੋਭਾ ਉਹਨਾਂ ਦੀ। ਨਾਨਕ ਨਾਮ ਮਿਲੇ ਵਡਿਆਈ, ਸੋਭਾ ਵਡਿਆਈ ਜਸ ਮਿਲਦਾ ਹੈ। ਦੂਜੇ ਭਾਏ ਪਤ ਖੋਈ, ਜਿਹੜੇ ਦਵੈਸ਼ ਭਾਵਨਾ ਦੀ ਲੱਗੇ ਨੂੰ ਉਹਨਾਂ ਨੇ ਆਪਣੀ ਪਾਤ ਇੱਜ਼ਤ ਖੋ ਲਈ ਹੈ, ਗਵਾ ਲਈ ਹੈ। ਭਗਤਾਂ ਕੇ ਕਰ ਕਾਰਜ ਸਾਚਾ, ਭਗਤਾਂ ਦੇ ਅੰਤਸ ਕਰ ਰੂਪੀ ਘਰ ਵਿੱਚ, ਜਾਂ ਭਗਤਾਂ ਦੇ ਪ੍ਰਤੱਖ ਕਰਦੇ ਵਿੱਚ। ਤੇ ਜਿਵੇਂ ਉਹ ਸੈਣ ਨਾਈ ਦੀ ਬਾਤ ਆਉਂਦੀ ਹੈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ, ਉਹਦੇ ਘਰ ਦੇ ਵਿੱਚ ਸੱਚੀ ਗੱਲ ਹੋ ਰਹੀ ਹੈ, ਕਿਉਂਕਿ ਭਗਤੀ ਵਾਲੇ ਆ ਰਹੇ, ਉੱਥੇ ਸ਼ਰਾਬੀ ਕਬਾਬੀ ਥੋੜੀ ਆ ਸਕਦੇ ਭਗਤਾਂ ਦੇ ਘਰ ਵਿੱਚ। ਤੋ ਇਸ ਕਰਕੇ ਹੈ ਭਗਤਾਂ ਦੇ ਘਰ ਸਦਾ ਕਾਰਜ, ਉੱਥੇ ਸੱਚਾ ਕਾਰਜ ਕਥਾ ਕੀਰਤਨ ਦਾ ਹੈ। ਉਹਨਾਂ ਦੇ ਘਰ ਦੇ ਵਿੱਚ ਸਜਾ ਬਾਣੀ ਦਾ ਸੱਚਾ ਕਾਰਜ ਹੋ ਰਿਹਾ ਹੈ, ਜਾਂ ਅੰਤਿਸ਼ ਕਰਨ ਰੂਪੀ ਘਰ ਦੇ ਵਿੱਚ ਉਹਨਾਂ ਦੇ ਇੱਕੋ ਹੀ ਮੋਕਸ਼ ਦਾ ਕਾਰਜ ਜਿਹੜਾ ਸੱਚਾ ਉਹ ਨਾਮ ਗਿਆਨ ਦੁਆਰਾ ਹੋ ਰਿਹਾ ਹੈ। ਹਰ ਗੁਣ ਸਦਾ ਵਖਾਣੇ ਰਾਮ, ਰਾਮ ਰਮੇ ਹੋਈ ਪਰਮਾਤਮਾ ਦੇ, ਹਰੀ ਪਰਮੇਸ਼ਰ ਦੇ ਗੁਣਾਂ ਦਾ ਵਿਖਿਆਨ ਕਰਦੇ ਰਹਿੰਦੇ ਨੇ ਹਰ ਵੇਲੇ। ਭਗਤ ਖਜ਼ਾਨਾ ਆਪੇ ਦਿਆ, ਤੇ ਭਗਤੀ ਦਾ ਖਜ਼ਾਨਾ ਵਾਹਿਗੁਰੂ ਨੇ ਆਪਣੇ ਜਾਣ ਕੇ, ਦੇਖੋ ਵੀ ਖਜ਼ਾਨੇ ਦੀਆਂ ਚਾਬੀਆਂ ਜਣੇ ਖੜੇ ਨੂੰ ਤਾਂ ਨਹੀਂ ਦੇ ਆਉਂਦੀਆਂ। ਸਰਕਾਰ ਖਜ਼ਾਨਾ ਮੰਤਰੀ ਵੀ ਉਹਨੂੰ ਇੱਥੇ ਤਾਂ ਚਲੋ ਝੂਠਿਆਂ ਨੂੰ ਵੀ ਖੈਰ ਬਣਾ ਦਿੰਦੇ ਆ, ਢੁਕਦੀ ਨਹੀਂ ਗੱਲ ਹੈ। ਤੇ ਰਾਜਿਆਂ ਦੇ ਵੇਲੇ ਹੁੰਦਾ ਸੀ ਵੀ ਖਜ਼ਾਨੇ ਦੀਆਂ ਚਾਬੀਆਂ ਕਿਹਨੂੰ ਦੇਣੀਆਂ, ਜਿਹੜਾ ਸੱਚਾ ਇਮਾਨਦਾਰ ਜਿਹੜਾ ਹੁੰਦਾ ਸੀ। ਤੇ ਇਉਂ ਫਿਰ ਮਹਾਰਾਜ ਸਾਹਿਬ ਨੇ ਇਹ ਭਗਤੀ ਦੇ ਖਜ਼ਾਨੇ ਦੀਆਂ ਚਾਬੀਆਂ ਜਿਹਨਾਂ ਸੰਤਨ ਹੱਥ ਰਾਖੀ ਕੁੰਜੀ, ਇਹ ਚਾਬੀਆਂ ਦੇ ਦਿੱਤੀਆਂ ਬੰਦਗੀ ਕਰਨ ਵਾਲਿਆਂ ਨੂੰ। ਭਗਤ ਖਜ਼ਾਨਾ ਆਪੇ ਦੀਆ, ਇਹ ਭਗਤੀ ਦਾ ਖਜ਼ਾਨਾ ਵਾਹਿਗੁਰੂ ਨੇ ਦੇ ਦਿੱਤਾ ਹੈ ਉਹਨਾਂ ਨੂੰ। ਕਾਲ ਕੰਟਕ ਮਾਰ ਸਮਾਣੇ ਰਾਮ, ਰਾਮ ਹੀ ਭਾਈ ਜਾਂ ਰਾਮ ਰਮੇ ਹੋਏ ਪਰਮਾਤਮਾ ਨੇ ਉਹਨਾਂ ਦਾ ਕਾਲ ਕੰਟਕ ਨਾਮ ਹੈ ਦੁਖਦਾਈ, ਦੁਖਦਾਈ ਕਾਲ ਨੂੰ ਮਾਰ ਕੇ ਸਮਾਪਤੀ ਕਰ ਦਿੱਤਾ ਹੈ ਕਿ ਮੇਰਿਆਂ ਭਗਤਾਂ ਨੂੰ, ਕਿਉਂਕਿ ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕੁਛ ਬਿਗਨ ਨਾ ਲਾਗੈ। ਤੇ ਇਸ ਪ੍ਰਕਾਰ ਦੀਆਂ ਬਖਸ਼ਾਂ ਕੀਤੀਆਂ ਹੋਈਆਂ ਬਾਣੀ। ਅੱਗੇ ਦੱਸਦੇ ਨੇ ਕਾਲ ਕੰਟਕ ਮਾਰ ਸਮਾਣੇ, ਤੇ ਕਾਲ ਕੰਟਕ, ਕਾਲ ਦੁਖਦਾਈ ਕਾਲ ਨੂੰ ਮਾਰ ਕੇ ਉਹ ਸ਼ਬਦ ਦੇ ਵਿੱਚ ਸਮਾਣੇ ਸਮਾ ਗਏ। ਕਾਲ ਕੰਟਕ ਮਾਰ ਸਮਾਣੇ। ਤੇ ਹਾਂਜੀ, ਹਰ ਮਨ ਭਾਣੇ ਨਾਮ ਨਿਧਾਨ ਸਚ ਪਾਇਆ। ਕੋਈ ਨਹੀਂ, ਥੋੜਾ ਜਦੋਂ ਵਿਸਰਾਮ ਦੇ ਗਏ। ਕਾਲ ਕੰਟਕ ਜਿਹੜਾ ਸੀ ਦੁਖਦਾਈ ਕਾਲ, ਇਹਨੂੰ ਮਾਰ ਸਮਾਣੇ ਹਰ ਮਨ ਭਾਣੇ, ਇੱਥੇ ਟਿਕਣਾ ਆਪਾਂ ਨੇ। ਤੇ ਹੋਰੀ ਵਾਹਿਗੁਰੂ ਦੇ ਮਨ ਨੂੰ ਭਾ ਗਏ ਹਨ, ਇਸ ਕਰਕੇ ਭਾਏ ਨਾਮ ਨਿਧਾਨ ਸੱਚ ਪਾਇਆ। ਨਾਮ ਦਾ ਨਿਧਾਨ ਖਜ਼ਾਨਾ ਸੱਚਾ ਜਿਹੜਾ ਸੀ ਉਹਨਾਂ ਨੇ ਪ੍ਰਾਪਤ ਕਰ ਲਿਆ ਹੈ। ਸਦਾ ਖੁੱਟ ਕਦੇ ਨਾ ਨਿਖੁੱਟੈ, ਤੇ ਬਾਕੀ ਤਾਂ ਜਿੰਨਾ ਮਰਜ਼ੀ ਧਨ ਜੋੜ ਲੋ ਨਿਖੁੱਟ ਜਾਂਦਾ ਹੈ। ਕਈ ਵਾਰੀ ਡਾਕੇ ਪੈ ਗਏ, ਚੋਰੀਆਂ ਹੋ ਗਈਆਂ, ਟੈਕਸ ਆ ਗਿਆ, ਜਾਂ ਕਿਸੇ ਬਿਪਤਾ ਦੇ ਵਿੱਚ ਲੱਗ ਗਏ, ਕੁਝ ਵੀ ਹੋ ਸਕਦਾ। ਪਰ ਨਾਮ ਧਨ ਇਹ ਅਖੁੱਟ ਹੈ, ਸਦਾ ਅਖੁੱਟ, ਕਦੇ ਨਾ ਨਖੁੱਟੈ, ਨਖੁੱਟੇ ਨਾ ਮੁੱਕਣ ਦਾ ਹੈ, ਕਦੇ ਨਹੀਂ ਮੁੱਕਦਾ। ਇੱਕ ਉਹ ਸੰਨਿਆਸੀ ਮਹਾਂਪੁਰਸ਼ ਬਚਨ ਸੁਣਾ ਰਹੇ ਸੀ, ਬੜਾ ਕੰਮ ਦਾ ਵਚਨ ਸੀ ਉਹਨਾਂ ਦਾ। ਅੱਜ ਤੋਂ 40 ਸਾਲ ਸ਼ਾਇਦ ਹੋ ਗਏ ਨੇ ਇਸ ਬਚਨ ਨੂੰ, 45 ਸਾਲ। ਉਹ ਕਹਿੰਦੇ ਵੀ ਦੇਖੋ, ਇਹ ਮਹਿੰਗਰਵਾਲ ਹੁਸ਼ਿਆਰਪੁਰ ਦੇ ਕੋਲ ਹੈ, ਉੱਥੇ ਉਹ ਸੰਨਿਆਸੀ ਸੰਤ ਰਹਿੰਦਾ ਸੀ। ਮੈਂ ਰਾਤ ਰਿਹਾ ਸੀ ਉੱਥੇ, ਕੋਈ ਕਾਰਜ ਐਸਾ ਸੀ, ਭਾਈ ਸਾਹਿਬ ਨੂੰ ਮਿਲਣ ਗਏ ਸੀ। ਤੇ ਉਹ ਉਹਨਾਂ ਦਿਨਾਂ ਦੇ ਵਿੱਚ ਦਾਰਾ ਸਿੰਘ ਦੇ ਨਾਲ ਉੱਥੇ ਉਸ ਏਰੀਏ ਵਿੱਚ ਆਏ ਹੋਏ ਸੀ।
ਉਹ ਕਹਿੰਦੇ ਵੀ ਦੇਖੋ ਬਸਤਰ ਵਰਤਾਉਣ ਲੱਗ ਜਾਓ, ਮੁੱਕ ਜਾਣਗੇ। ਲਓ ਜੀ, ਕੋਈ ਮੰਗਤਾ ਹੈ, ਕਹਿੰਦੇ ਵੀ ਹੁਣ ਤਾਂ ਮੁੱਕ ਗਏ। ਤੇ ਫਿਰ ਤੁਸੀਂ ਧਨ ਵਰਤਾਉਣ ਲੱਗ ਜਾਓ, ਕਿੰਨਾ ਕੁ ਵਰਤਾਓਗੇ, ਮੁੱਕ ਜੂਗਾ। ਦੁੱਧ ਵਰਤਾਓ, ਮੁੱਕ ਜੂਗਾ। ਅਨਾਜ ਬਹੁ ਕਈ ਚੀਜ਼ਾਂ ਗਿਣ ਗੁਣ ਕੇ ਕਹਿੰਦੇ ਜਿਹੜੀ ਵੀ ਵਸਤੂ ਇਸ ਸੰਸਾਰ ਦੇ ਵਿੱਚ ਪੈਦਾ ਹੋਈ ਹੈ ਉਹ ਵਰਤਾਉਣ ਨਾਲ ਮੁੱਕ ਜਾਂਦੀ। ਮੈਂ ਕਿਹਾ ਜੀ ਠੀਕ। ਕਹਿੰਦੇ ਪਰ ਇੱਕ ਪ੍ਰੇਮ ਐਸਾ ਹੈ ਵੀ ਪ੍ਰੇਮ ਨੂੰ ਜਿੰਨਾ ਵਰਤਾਓ ਉਹ ਵੱਧਦਾ ਜਾਂਦਾ। ਇਹਦਾ ਕਾਰਨ ਕੀ ਹੈ? ਕਹਿੰਦੇ ਇਹ ਪਰਮਾਤਮਾ ਦੇ ਦਰ ਤੋਂ ਆ ਰਿਹਾ, ਇਹ ਚੀਜ਼ ਨਹੀਂ ਮੁੱਕੀ। ਨਾਮ ਹੈ ਜਿਹੜਾ, ਇਹ ਰੱਬੀ ਦਾਤ ਹੈ। ਨਾਮ ਵਰਤਾਈ ਜਾਓ ਕਿ ਮੁੱਕ ਜਾਊਗਾ। ਪ੍ਰੇਮ ਜਿੰਨਾ ਵਰਤਾਓਗੇ ਉਹਨਾਂ ਵਧੂਗਾ, ਤੋਟ ਨਾ ਆਵੇ, ਵੱਧ ਹੋ ਜਾਏ। ਨਾਮ ਦੇ ਪ੍ਰਤਾਪ ਕਰਕੇ ਮੈਂ ਕਹਿੰਦਾ ਦੂਸਰਾ ਅੰਨ ਵੀ ਵਰਤਾਉਣ ਲੱਗ ਜਾਣਾ, ਉਹ ਵੀ ਨਹੀਂ ਮੁੱਕਦਾ। ਤੇ ਇਸ ਕਰਕੇ ਅਖੁੱਟ ਖਜ਼ਾਨਾ ਇਹ ਜਿਹੜਾ ਸੀ ਉਹ ਭਗਤਾਂ ਨੂੰ ਹੀ ਦਿੱਤਾ ਹੈ। ਤੇ ਇਉਂ ਫਿਰ ਮਹਾਰਾਜ ਸਾਹਿਬ ਕਹਿੰਦੇ ਕਦੇ ਮੁੱਕਦਾ ਨਹੀਂ ਹੈ। ਹਰਦੀਆ ਸਹਿਜ ਸੁਭਾਇਆ, ਆਪਣੇ ਜਾਣ ਕੇ ਸੁਤੇ ਸਿੱਧੇ ਹੀ ਦੇ ਦਿੱਤਾ ਹੈ ਆਪਣਿਆਂ ਨੂੰ ਵੀ ਤੁਸੀਂ ਵਰਤਾਓ ਵੀ ਖੁੱਲੇ ਕੱਪੇ। ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਦੁੱਖ ਰਹਿਤ ਪਦਵੀ ਦਿੰਦਾ, ਹਰ ਜਨ ਉੱਚੇ ਸਦ ਹੀ ਉੱਚੇ। ਤੇ ਹਰੀ ਪਰਮੇਸ਼ਰ ਵਾਹਿਗੁਰੂ ਸਾਰਿਆਂ ਤੋਂ ਉੱਚਾ। ਤੇ ਜਿਹੜਾ ਨਾਮ ਦੇ ਨਾਲ ਜੁੜ ਗਿਆ ਉਹ ਵੀ ਸਾਰਿਆਂ ਤੋਂ ਉੱਚਾ ਹੈ। ਉੱਚੇ ਉਪਰੂ ਉੱਚਾ ਨਾਮ। ਤੁਸੀਂ ਖਿਆਲ ਕਰਕੇ ਦੇਖੋ ਵੀ ਜਿੰਨਾ ਉੱਚਾ ਕੋਠਾ ਹੋਵੇ ਪੌੜੀ ਵੀ ਤਾਂ ਉਨੀ ਉੱਚੀ ਹੁੰਦੀ ਹੈ। ਜੇ ਪੌੜੀ ਉਨੀ ਉੱਚੇ ਨਾ ਹੋਵੇ ਕੋਠੇ ਤੇ ਕੌਣ ਚੜੂਗਾ? ਜਿੱਡਾ ਵੱਡਾ ਉੱਚਾ ਪਰਮਾਤਮਾ ਹੈ ਓਡਾ ਵੱਡਾ ਉੱਚਾ ਉਹਦਾ ਨਾਮ ਵੀ ਹੈ ਪੌੜੀ ਦੀ ਨਿਆਈ। ਅਰ ਫਿਰ ਕੋਠੇ ਤੇ ਛਾਲ ਮਾਰ ਕੇ ਥੋੜੀ ਕੀ ਜਾਊਗਾ? ਰੱਬ ਨੂੰ ਮਿਲਣ ਵਾਸਤੇ ਜਿਵੇਂ ਕੋਠੇ ਦੀ ਛੱਤ ਤੇ ਜਾਣ ਵਾਸਤੇ ਪੌੜੀ ਹੈ, ਇਸ ਤਰ੍ਹਾਂ ਰੱਬ ਦੇ ਮਿਲਣ ਵਾਸਤੇ ਨਾਮ ਰੂਪੀ ਪੌੜੀ ਹੈ। ਇਹ ਤਰਾਹੇ ਪਤ ਪਵੜੀਆਂ ਚੜੀਆਂ ਹੋਏ ਅਕੀਸ। ਤੋ ਇਸ ਕਰਕੇ ਹੈ ਵੀ ਪਰਮਾਤਮਾ ਸਾਡਾ ਸਦਾ ਹੀ ਉੱਚਾ ਹੈ। ਜਿਹੜੇ ਨਾਮ ਜਪਣ ਵਾਲੇ ਨੇ ਉਹ ਵੀ ਉੱਚੇ ਨੇ, ਗੁਣਾ ਕਰਕੇ ਉੱਚੇ ਹੋ ਜਾਂਦੇ ਨੇ। ਕੱਦ ਦੇ ਭਾਵੇਂ ਮਧਰੇ ਹੋਣ, ਉਹ ਗੁਣਾ ਕਰਕੇ ਉੱਚੇ ਨੇ। ਤੇ ਪਰਲੋਕ ਤੱਕ, ਇੰਦਰਪੁਰੀ ਤੱਕ, ਬਰਮਪੁਰੀ ਤੱਕ, ਵਿਸ਼ਨਪੁਰੀ ਤੱਕ ਸਾਰੀ ਜਗ੍ਹਾ ਹੀ ਉੱਚੇ ਨੇ। ਉਦੋਂ ਉੱਚਾ ਕੋਈ ਨਹੀਂ, ਕਿਉਂਕਿ ਸਭ ਤੋਂ ਉੱਚਾ ਪਰਮਾਤਮਾ ਉਹਦੇ ਨਾਲ ਜੁੜੇ। ਇਹ ਸਦਾ ਹੀ ਉੱਚੇ ਹਨ। ਗੁਰ ਕੈ ਸ਼ਬਦ ਸੁਹਾਇਆ, ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਉਹ ਸੁਹਾਇਆ, ਸੋਭਨੀਕ ਹੋ ਗਏ। ਇਹ ਉਹ ਨਾਮ ਜਪਣ ਵਾਲੇ ਜਿਹੜੇ ਨੇ ਲੋਕ ਪਰਲੋ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ। ਧਰਮ ਰਾਜ ਵੀ ਹੱਥ ਜੋੜ ਕੇ ਗਏ ਖੜਾ ਹੋ ਜਾਂਦਾ ਹੈ। ਉੱਥੇ ਵੀ ਰੇ ਰੇ ਦਰਗਾਹ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇਵ। ਉੱਥੇ ਆਦਰ ਮਿਲਦਾ ਹੈ। ਨਾਨਕ ਆਪੇ ਬਖਸ਼ ਮਿਲਾਏ, ਇਹ ਬਖਸ਼ਿਸ਼ ਕਰਕੇ ਆਪ ਹੀ ਪਰਮੇਸ਼ਰ ਉਹਨਾਂ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਜੁਗ ਜੁਗ ਸੋਭਾ ਪਾਇਆ, ਤੇ ਉਹਨਾਂ ਨੇ ਜੁਗਾਂ ਜੁਗਤਰਾਂ ਦੇ ਵਿੱਚ ਸੋਭਾ ਨੂੰ ਪਾ ਲਿਆ। ਇਹ ਜਿਹੜੀ ਅਖੀਰਲੀ ਤੁਕ ਹੈ ਇਹਦੇ ਕੁਝ ਅਰਥ ਭਾਵ ਦੂਸਰਿਆਂ ਨਾਲੋਂ ਜ਼ਿਆਦਾ ਕਹਿ ਰਿਹਾ। ਤੋ ਇਸ ਕਰਕੇ ਹੈ ਨਾਨਕ ਆਪੇ ਬਖਸ਼ ਮਿਲਾਏ। ਜਦੋਂ ਵਾਹਿਗੁਰੂ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ, ਅਸਲ ਦੇ ਵਿੱਚ ਪਰਮਾਤਮਾ ਉਦੋਂ ਮਿਲਦਾ ਜਦੋਂ ਪਰਮਾਤਮਾ ਕਿਸੇ ਨੂੰ ਮਿਲਣਾ ਚਾਹੇ। ਸਾਡੀ ਮਰਜ਼ੀ ਅਨੁਸਾਰ ਨਹੀਂ ਮਿਲਦਾ। ਤੇ ਨਾਮ ਦੇ ਵਿੱਚ ਵੀ ਕਾਮਯਾਬੀ ਆਪ ਜਪਾਏ ਜਪੇ ਸੋਨਾ। ਮਤਲਬ ਕੀ ਹੈ ਇਸ ਦਾ? ਇਹ ਦਲਿੱਦਰ ਧਾਰਨ ਕਰਨ ਵਾਸਤੇ ਨਹੀਂ ਵੀ ਜਦੋਂ ਜਪਾਊਗਾ ਜਪ ਲਾਂਗੇ, ਗੁਰਦੁਆਰੇ ਭੇਜੂਗਾ ਚਲੇ ਜਾਵਾਂਗੇ, ਐ ਨਹੀਂ ਹੈਗੀ ਗੱਲ। ਇਹ ਉਸ ਭਗਤ ਦੀ ਅਵਸਥਾ ਹੈ ਜਦੋਂ ਨਾਮ ਜਪ ਰਿਹਾ। ਜਦੋਂ ਕੋਈ ਕਹਿੰਦਾ ਵੀ ਤੂੰ ਨਾਮ ਬੜਾ ਜਪਦਾ ਹੈ, ਉਹ ਕਹਿੰਦਾ ਜੀ ਮੈਂ ਕੌਣ ਜਪਦਾ, ਪਰਮਾਤਮਾ ਜਪਾ ਰਿਹਾ, ਆਪ ਜਪਾ ਰਿਹਾ ਪਰਮਾਤਮਾ, ਮੈਂ ਥੋੜੀ ਜਪ ਰਿਹਾ। ਆਖੇ ਜੀ ਤੂੰ ਕੀਰਤਨ ਬੜਾ ਸੋਹਣਾ ਕਰਦਾ, ਕਹਿੰਦਾ ਨਹੀਂ ਵੀ ਨਹੀਂ, ਆਪ ਗਵਾਏ ਸੋ ਹਰ ਗੁਣ ਗਾਓ, ਮੇਰੇ ਕੋਲੋਂ ਗਵਾ ਰਿਹਾ ਮੈਂ ਕਰ ਰਿਹਾ। ਇਹ ਤਾਂ ਨਿਰਹੰਕਾਰ ਆਵਾਜ਼ ਗੁਰਸਿੱਖ ਨੂੰ ਸਿਖਾਲੀ ਹੈ ਮਹਾਰਾਜ ਨੇ ਵੀ ਐਂ ਕਰ। ਅਸੀਂ ਦਲਿਦਰੀ ਬਣ ਕੇ ਕਹਿੰਦੇ ਜੀ ਜੋ ਜਪਾਊਗਾ ਬਾਣੀ ਚ ਲਿਖਿਆ ਹੋਇਆ ਜਪ ਲਾਂਗੇ, ਇਉਂ ਨਹੀਂ ਹੈਗੀ ਗੱਲ। ਸੋ ਇਸ ਤੋਂ ਅੱਗੇ ਜਿਹੜੀ ਅੱਧੀ ਤੁਕ ਹੈ, ਜੁਗ ਜੁਗ ਸੱਚਾ ਪਾਇਆ।
जुग जुग शोभा पाया, जुगां जुगांतरां दे विच उन्हां ने शोभा नूं पा लिया। एक तां फिर इह अर्थ सरल हो गया। जुग नाम दोध है। ज्ञानी जी लेट हो गया भाई कुलवंत सिंह, फिर किवें करिए? समा तां 2.5 मिनट रह गए ते तुसीं ला लिओ थोड़ा टाइम कि जां फिर कोई गल नहीं। आपां देखो कथा का तो हिसाब यह है भी दुध दे विच पानी पाउणा, होर लस्सी जिन्नी मर्जी बना के छकाई, चलो आपां उहदे च दुध च पानी होर पा लैने। तो इउं एहसास समझी भी नाले गुरबाणी दा महापुरख कहंदे सी एक अखर। मैं देखिया भी 5 वारी कथा कराई मैं संतां नाल, इक्को ही शब्द मुखमा। आखिरी वार सी आया नाभे घोड़ियां वाले गुरद्वारे। मैं बाहर निकल के संतां नूं पुछया, मैं जी एक गल दी मैनूं समझ नहीं आई, 5 वार मैं कथा कराई है इस शब्द, 5 वार बखरा आनंद सी, पर अज दा बाहली आनंद सी। गुरबाणी दा शब्द उही है, तुसीं उही हो, पाठ करन वाला मैं भी उही हां, मूहरे बोलण नाल इह फर्क। कहंदे जगह दा प्रभाव दा फर्क हुंदा। मेरा मन एकाग्र हो गया, कहंदे गुरबाणी दे अर्थ करके कोई कमी मुका दूगा। तो इस करके है ਇਹਦੇ ਵਿੱਚ ਗੁੱਝਾ ਭੇਦ ਹੈ ਜਿਹੜਾ ਆਪਾਂ ਉਹ ਲੱਭ ਲੈਨੇ, ਥੋੜਾ ਜਿਹਾ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਜੁਗ ਤੇ ਜੁਗ 2 ਸ਼ਬਦ ਹੈ, ਜੁਗ ਜੁਗ। ਜੁਗ ਨਾਮ ਦੋ ਦਾ ਤੇ 2 ਤੇ 2 ਕਿੰਨੇ ਹੁੰਦੇ ਨੇ? 4। ਹੁਣ ਕਹਿ ਕੀ ਰਹੇ ਨੇ ਮਹਾਰਾਜ? ਗੁਰਬਾਣੀ ਦੇ ਇਸ਼ਾਰੇ ਸਮਝਣੇ ਗੁਰਸਿੱਖੋ ਬਹੁਤ ਔਖੇ। ਇੱਥੇ ਇਸ਼ਾਰਾ ਦੇ ਦਿੱਤਾ ਜੁਗ ਜੁਗ 2 ਤੇ 2 4, ਜਿਹਨੇ 4 ਸਾਧਨ ਕਰ ਲਏ, ਸੋਭਾ ਵਡਿਆਈ ਉਹਨੂੰ ਲੋਕ ਪਰਲੋਕ ਚ ਮਿਲੇਗੀ। ਕਿਹੜੇ ਨੇ 4 ਸਾਧਨ? ਗਿਆਨ ਦੇ 4 ਸਾਧਨ। साधन 4 कहें गुरन, प्रथमे एक बैराग, पुन विवेक, सामदम अवर, सुन मुख बड़ पहाड़। बैराग, विवेक, खट संपत्ति, मुख इच्छा, ये 4 साधन। जिहदे कोले साधन शोभा उन्होंने प्राप्त होएगी होएगी। शोभा पाया उन्होंने शोभा पा ली है। एक हरखो वालिए संत बाबा ज्वाला सिंह जी दे कोल एक गुरमुख आया, दीदार सिंह सी उहदा नाम। ते महापुरख अंतरजामी सी, उहदे मस्तक देख के कहंदे दीदार सिंह किवें आया? कहंदा जी मैं भगती कामयाब होने वास्ते, कहंदे तेरी वस्तु पिंडरां वालियां कोल है, मेरे कोल नहीं। ब्रह्म ज्ञानी संत तू इत्थों चला जा। ऐसा आप दसी ये गल। वो गया पिंडरी गया, कहंदे जी बोपर आए ने संत। बोपर आया, कहंदी वो तो हरिद्वार गए कुंभ दे मेले। दीदार सिंह इत्थों तुर के कुंभ दे मेले ते तुर के गया, पैर सुज गए, तुरिया ही गया तुरिया ही गया। जदों उत्थे गए कहंदे वो तो कथा समाप्त करके ऋषिकेश चले गए। और तुर के ऋषिकेश चलिया गया। ऋषिकेश गया, कहंदे जी वो तो मुड़ के वापस बोपराए नूं चले गए। कोई होर हुंदा कहंदा छड्डो इहो जिहे संत दा खेड़ा। ज्यों तुरिया बोपराए पहुंच गए, एडे एडे पैर हो गए। चलो उदों पानी गर्म किया, लूण वाला होर करिया, उहदा जो सोजा सूजा तारिया। संत कहंदे किवें आया? कहंदे महाराज मैनू हरखो वाली संत बाबा ज्वाला सिंह जी ने कहा भी तू उत्थे चला जा, भी मैं आप जी दे कोल आया, भी तुसीं किरपा करो। कहंदे तू पाठ सीखना है? कहंदे नहीं जी मैं पाठ नहीं सीखना। अच्छा, ते फिर प्रचार सीखना आया होएगा? भी चलो सीधा हूँ प्रचार करेगा ना जी, मैं प्रचार नहीं। कीर्तन सीखना होना? कहते ना जी मैं कीर्तन में नहीं सीखना। ये कहा जा बंदा तू ज्ञानी तू नहीं बनना, पाठी तू नहीं बनना, रागी तू की लेना मेरे को? संत कहते, संत कहते सुंदर सिंह कहता जी मैनू बोलने का नहीं पता, मैं तो ताजा ताजी घर छड्डिया, मैनू की पता संतां नाल किवें बोले। कहता मैं आकड़ के बोलिया संतां नूं। कहता जी मैं आया साध बनने वास्ते, जे बना सकते हो रख लो, नहीं मैनू जवाब दे दो। वो कहते संत बेरुखी वाला वचन सुन के मेरे नाल नाराज नहीं होए, बल्कि खुश हो गए। कहते कोई नहीं रह जा, जथे रख। कहता साल क मैनू गड़बा चकाई रखिया। साल बाद कहते दीदार सिंह, नाम सी दीदार सिंह। संतां ने उन्होंने कहता कहते अच्छा बाबा जी बनना चाहुंदा, लाओ उन्होंने 94 साल की उम्र च गया, उन्होंने दीदार सिंह कोई जानता ही नहीं सी, बाबा जी करके सारे जानते। कहन लगे बाबा जी ये मेरे मन के विच ख्याल आई है भी मैं जरा तेनों थोड़ा जा जे ज्यादा नहीं दे, गुरु ग्रंथ साहिब की पढ़ाई तो कर लै। कहता देखो जी वही गल हो गई, अजे तो साल के बर्बाद होया मेरा, मैं तो नहीं पाठी बनना। अच्छा
ਐ ਚਲੋ तीसरी बार कहते मेरे मोढे ते इंज हथ रख के कहते वो दिदार सियां वो सिख कहता जिन्होंने हुक्मनामा ना लैना आउंदा होवे बई मेरे मन चो जांदा ही नहीं भी तेनू कम से कम पाठी तां बना दिए तेनू पढ़ा दिए। कहता महाराज भी थोड़ा हुण तीसरा वचन है, पहले दिन तो मैनू बोलण दा ही नहीं सी पता, मैं तां अवैड़ा बोल पिया सी दोनों बई हुण इन्ने कि मैनू अकल आ गई भी किवें बोलीदा कि थोड़ा तीसरा वचन है जी मैं नहीं मोड़ना हो, पर मेरी एक शर्त है। कहंदे की संत कहंदे 100 शर्तां मना लै पर तू पढ़ लै। कहंदा नहीं जी इक्को ही। कहंदे दस की? कहंदा मैं एक दिन च पढ़ना जिन्ना मर्जी पढ़ा दिओ, अगले दिन नहीं पोथी चकनी करनी। कहंदे अच्छा तेरे वर्गा विद्यार्थी मैनू संत सुंदर सिंह कहते पहली बार टकरिया लै भी कहते बाबा जी वे तू की समझेगा कि गुरु नानक का कोई सिख मिलिया सी तेनू एक दिन च पढ़ाऊंगा। ओहदे नाल वादा कर लिया संतां ने। कहंदा जी एक दिन फिर ऐसा आया महापुरुषां ने कहा दिदार सियां लै हुण खेड वरतूगी, सवेरे 1 बजे उठ के इशनान कर ली, सुधे के सी सुचे कपड़े पा के आ जी, नितनेम करी जाए। जदों सूरज चढ़ूगा सूरज की पहली किरण धरती ते पऊगी, वो किरण तेरे उत्ते एक बख्शिश की किरण बन के आएगी। गुरु नानक दे सूरज की किरण तेरे ते उस वेले शुरू हो जाएगी। पर याद रखी तैं एक दिन च पढ़न का वादा करन वाली गल कीती है। कहंदे जदों सूरज छिप गया फिर पढ़ाई बंद हो जानी है। एक दिन दे विच जेड़े भी ग्रंथ दे दर्शन करेगा पतरे लदे वो तेरे जबानी कंठ हो जाए। उन्हें जी कहंदा आप दसी उन्हें बजुर्ग ने कहंदा जी सब तो पहले मैं गुरु ग्रंथ साहब दे एक एक अंग दे दर्शन करी गया रागमाला तक। चलो टाइम लग्या। कहंदा सारे गुरबाणी दे अर्थ मैनू जबानी चेते हो गए उसे दिन एक दिन च। उस तो बाद जिन्ने जथे विच विधान ते सिद्धांत दे जिन्ने ग्रंथ सी कहंदा जी सूरज प्रकाश नानक प्रकाश छोटे ग्रंथ मैं सारे जिन्ने क जथे एक दिन च मैं जिन्ने क दे दर्शन कर सकदे कर ले। कहंदा हरीसिया मेरे सारे ओ जबानी अर्थ कंठ होए न। मैं चुप जे कर गया। कहंदे मैनू लगदा भी तैनू यकीन नहीं आया मेरे ते। मैं कहा जी संतां ते तां हैगा संत सुंदर सिंह जी ते, पर मैनू लगदा भी एकण किस तरह। कहंदे अच्छा ऐ कर फिर तू मेरे ते सवाल कर। कहंदे तू तरतीब नाल पढ़िया तू तां मैनू पता लग्या। मैं कहा जी थोड़े सामने काहदा पढ़िया? कहंदे चल सवाल कर। मैं सवाल कीता विधान दा, 1 सेकंड लाया उत्तर देण। ਉਹ ਕੀ ਸੀ? मैं कहा जी ज्ञान के साधन कैन? कहंदे 4। मैं कहा जी केड़े केड़े? कहंदे वैराग विवेक खड़ संमति मोख इच्छा। मैं कहा जी बस नमस्कार है। सो ये शब्द सी वो ते ये चारे साधन जेड़े न ते उन्हां जुग जुग वैराग विवेक खड़ संमति ये जुग दा अर्थ है 2 2 ते 2 4 4 साधन जी दे कोल न शोभा पाया उन्हां नूं शोभा प्राप्त हुंदी है। आओ हुण इत्थे समाप्ति भुल्लां चुकां दी खिमा करनी। सत्कारयोग बाबा बंता सिंह जी जिन्हों ने आप जी को निहाल करना इसी तरह सजे रहना, क्योंकि मेरी तो यह मजबूरी है भी भाई साहब के नाल जाना, इन्होंने जाके महाराज साहब की सेवा च हाजिर होना है। जाके मैं तो ये दृश्य देख के बड़ा प्रभावित होया। रह रास इकट्ठे होके बच्चे नाल है, अरदास भी इकट्ठे होके करते हैं, तो इस करके उधर भी हाजिरी भरनी है। आओ इत्थे समाप्ति भुल्लां चुकां दी खिमा करनी जी। हाँ जी। हर जन ऊंचे सद ही ऊंचे गुर कै शब्द सुहाया, नानक आपे बख्श मिलाए जुग जुग शोभा पाया। हे गोविंद हे गोपाल हे दयाल लाल, प्राणनाथ अनाथ सखे हे समरथ अगम पूरन मोहे मया तार, अंधकूप महापयान नानक पार उतार। आए प्रभु शरणागति कृपा निध दयाल, एक अखर हर मन वस्त नानक होत निहार। वाहिगुरु नाम जहाज है चढ़े सोतरे, जो सरदा कर सेव दे पार उतारन, जो सरदा कर सेव दे पार उतारन। वाहिगुरु जी का खालसा वाहिगुरु जी की